ਕੈਮਰਾ ਪਰਸਨ ਨੂੰ ਕਹਾਂਗੇ ਕਿ ਪਰਵਾਨੇ ਦਾ ਸਾਈਨ ਥੋੜੀ ਜਿਹੀ ਨਜ਼ਰ ਮਾਰੇ। ਸਾਈਨ ਰੀਡਰ ਸਾਹਿਬ ਦੇ ਹੋਏ ਨੇ, ਤਸਦੀਕ ਕੀਤੀ ਹੈ ਰੀਡਰ ਸਾਹਿਬ ਨੇ, ਤੇ ਉੱਤੇ ਨੰਬਰ ਪਰਵਾਨੇ ਦਾ ਹੈ ਹੀ ਨਹੀਂ। ਪੰਚਕੂਲੇ 'ਚ ਇੱਕ ਮਾਮਲਾ ਸਾਹਮਣੇ ਆਇਆ ਸੀ, ਇੱਕ ਐਸਾ ਹੀ ਠੱਗ ਸੀ ਜੋ ਪੁਲਿਸ ਦੇ ਨਾਲ ਮਿਲ ਕੇ ਸ਼ਿਕਾਇਤਕਰਤਾ ਨੂੰ ਜਾਂ ਪੀੜਤਾਂ ਨੂੰ ਬਲੈਕਮੇਲ ਕਰਦੇ ਸੀ। ਕਿ ਇੱਥੇ ਵੀ ਉਹੀ ਚੱਲ ਰਿਹਾ ਕੰਮ? ਬਹੁਤ ਵੱਡਾ ਸਵਾਲ ਹੈ। ਰੀਡਰ ਸਾਹਿਬ ਜਵਾਬ ਨਹੀਂ ਦੇ ਰਹੇ। ਹੁਣ ਸਾਈਨ ਰੀਡਰ ਸਾਹਿਬ ਦੇ ਹੋਏ ਨੇ। ਰੀਡਰ ਸਾਹਿਬ ਇਹਦੇ ਉੱਪਰ ਨੰਬਰ ਕਿਉਂ ਨਹੀਂ ਲੱਗਿਆ ਜੀ? ਇਹਦੇ ਉੱਪਰ ਪਰਵਾਨੇ ਦੇ ਉੱਪਰ ਡੀਐਸਪੀ ਸਾਹਿਬ ਨਾਲ ਗੱਲ ਕਰੋ ਸਾਈਨ ਤੁਸੀਂ ਕੀਤੇ ਹੋਏ ਨਾ ਸਰ? ਸਰ ਡੀਐਸਪੀ ਸਾਹਿਬ ਜਵਾਬ ਦੇ ਦੇਣਗੇ ਸਰ ਸਾਈਨ ਤੁਸੀਂ ਕੀਤੇ ਹੈ? ਸਰ ਮੈਂ ਡੀਐਸਪੀ ਸਾਹਿਬ ਦੇ ਆਰਡਰ ਤੇ ਹੀ ਕਰੀ ਹੈ ਜੀ, ਡੀਐਸਪੀ ਸਾਹਿਬ ਜਵਾਬ ਦੇ ਦੇਣਗੇ। ਕਿਤੇ ਕੋਈ ਐਸੀ ਜੁੰਡਲੀ ਤਾਂ ਨਹੀਂ ਹੈ ਕਿਸੇ ਬਿਲਡਰ ਦੀ, ਕਿਸੇ ਅਧਿਕਾਰੀ ਦੀ, ਕਿਸੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਬੈਠੇ ਅਧਿਕਾਰੀ ਦੀ, ਜਿਸ ਦੇ ਚਲਦਿਆਂ, ਜਿਸ ਜੁੰਡਲੀ ਕਰਕੇ ਉਹ ਲੋਕ ਜੋ ਸਮਾਜ ਲਈ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਰਕਾਰ ਕਰਪਸ਼ਨ ਨੂੰ ਕੀ ਰੋਕੇਗੀ? ਸਰਕਾਰ ਨੂੰ ਚਲਾ ਹੀ ਕਰਪਸ਼ਨ ਰਹੀ ਆ। ਪਹਿਲਾਂ ਚੋਈਆਂ ਵੀ ਖਾ ਗਏ, ਛੱਪੜ ਵੀ ਖਾ ਗਏ, ਹੁਣ ਇਹ ਕਬਰਸਤਾਨ, ਸ਼ਮਸ਼ਾਨ ਘਾਟ, ਗੁਰਦੁਆਰੇ, ਮੰਦਿਰ, ਮਸੀਤਾਂ ਇਹਨਾਂ ਨਾਲ ਹੋ ਗਏ ਆ। ਉਲਟਾ ਚੋਰ ਕੋਤਵਾਲ ਕੋ ਡਾਟੇ, ਉਹ ਸਾਨੂੰ ਹੀ ਡਾਂਟ ਰਹੇ ਆ। ਆਪਦੀ ਚੋਰੀ ਲਗਾਉਣ ਲਈ ਸਾਨੂੰ ਡਾਂਟ ਰਹੇ ਆ ਕਿ ਤੁਸੀਂ ਚੁੱਪ ਕਰ ਜਾਓ, ਅਸੀਂ ਤੁਹਾਡੇ ਤੇ ਪ੍ਰੈਸ਼ਰ ਪਾ ਕੇ ਤੁਹਾਡੀ ਜ਼ਬਾਨ ਬੰਦ ਕਰ ਦਾਂਗੇ। ये सब उनको पता है कैसे कैसे करना है, कैसे इसको लंबा खींचना है, उस बीच में ज़मीन को कब्जा करवा देना है। और ये पता सबको पता होता है कि हमने ले लिया है, हमारे पास कंटिन्यू रहेगा, तभी तो कंस्ट्रक्शन होता है। 3 साल के लिए आप बताओ, लाखों का करोड़ों रुपया कौन इन्वेस्ट करता है? ਜਿਹੜੀ ਵਕਫ ਬੋਰਡ ਦੀ ਲੈਂਡ ਆ, ਦੈਟ ਇਜ਼ ਦ ਲੈਂਡ ਆਫ ਗੋਡ। ਉਹ ਨਾ ਤਾਂ ਕਿਤੇ ਵੇਚੀ ਜਾ ਸਕਦੀ ਹੈ, ਨਾ ਤਾਂ ਕਿਤੇ ਤਬਦੀਲ ਕੀਤੀ ਜਾ ਸਕਦੀ ਹੈ। ਤੇ ਇਹ ਸਭ ਜਦ ਵੀ ਸਾਡੇ ਤੋਂ ਪੁਲਿਸ ਹੈਲਪ ਮੰਗਦੇ ਨੇ ਉਹਨੂੰ ਡਿਮੋਲਿਸ਼ ਕਰਨ ਲਈ, ਤਾਂ ਸਾਡੇ ਵੱਲੋਂ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਪੁਲਿਸ ਹੈਲਪ ਦੇ ਕੇ ਉਹਨੂੰ ਰਿਜ਼ਰਵ ਕੀਤਾ ਜਾਵੇ। ਇਹ ਸਭ ਤੁਹਾਤੋਂ ਵੀ ਸਾਰਾ ਪੰਜਾਬ ਜਾਣਨਾ ਚਾਹੁੰਦਾ ਹੈ। ਤੁਸੀਂ ਆਪ ਕਿਹਾ ਸੀ ਵੀ ਨਕਸ਼ਾ ਪਾਸ ਨਹੀਂ ਕੀਤਾ, ਫਿਰ ਵੀ ਕਾਰਵਾਈ ਕਿਉਂ ਨਹੀਂ ਹੋ ਰਹੀ? ਖੁਸ਼ੀ ਹੁੰਦੀ ਹੈ ਜਦੋਂ ਖਬਰ ਦਾ ਅਸਰ ਹੁੰਦਾ ਹੈ, ਪਰ ਉਦੋਂ ਦੁੱਖ ਵੀ ਹੁੰਦਾ ਹੈ ਜਦੋਂ ਖਬਰ ਦਾ ਮਾੜਾ ਅਸਰ ਹੁੰਦਾ ਹੈ। ਕੁਝ ਦਿਨ ਪਹਿਲਾਂ ਸਾਡੇ ਵੱਲੋਂ ਖਰੜ ਦੀ ਇੱਕ ਸਵਰਾਜ ਨਗਰ ਕਲੋਨੀ ਦੇ ਵਿੱਚ ਕਬਰਿਸਤਾਨ ਦੇ ਉੱਤੇ ਜੋ ਨਾਜਾਇਜ਼ ਤਰੀਕੇ ਦੇ ਨਾਲ ਉਸਾਰੀ ਕੀਤੀ ਜਾ ਰਹੀ ਸੀ, ਉਸ ਬਾਰੇ ਖਬਰ ਕੀਤੀ ਗਈ। ਉਸ ਦਾ ਅਸਰ ਵੀ ਹੋਇਆ, ਪਰ ਉਸ ਦਾ ਮਾੜਾ ਅਸਰ ਵੀ ਹੋਇਆ। ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅਸਰ ਇਹ ਹੋਇਆ ਕਿ ਜਦੋਂ ਖਬਰ ਕੀਤੀ ਗਈ ਉਸ ਤੋਂ ਬਾਅਦ ਇਲਾਕਾ ਵਾਸੀਆਂ ਨੇ, ਜਿਨ੍ਹਾਂ ਦੇ ਵਿੱਚ 3 ਕਾਉਂਸਲਰ ਵੀ ਸੀ, ਤਕਰੀਬਨ 100 ਬੰਦਿਆਂ ਨੇ ਮਿਲ ਕੇ ਦਰਖਾਸਤ ਦਿੱਤੀ ਮਾਨਯੋਗ ਐਸਡੀਐਮ ਸਾਹਿਬ ਦੇ ਕੋਲ, ਐਸਡੀਐਮ ਖਰੜ ਦੇ ਕੋਲ। ਜਿਸ ਤੋਂ ਬਾਅਦ ਉੱਥੇ ਦੀ ਉਸਾਰੀ ਜੋ ਕਿ ਨਜਾਇਜ਼ ਤਰੀਕੇ ਨਾਲ ਕੀਤੀ ਜਾ ਰਹੀ ਸੀ, ਉਸ ਦਾ ਕੰਮ ਰੋਕਿਆ ਵੀ ਗਿਆ। ਅੱਜ ਇਸ ਮੁੱਦੇ ਨੂੰ ਲੈ ਕੇ ਅਸੀਂ ਪਹੁੰਚੇ ਐਸਡੀਐਮ ਖਰੜ ਦੇ ਕੋਲ। ਉਹਨਾਂ ਨੇ ਕੀ ਕੁਝ ਕਿਹਾ ਹੈ, ਇੱਕ ਵਾਰ ਉਹ ਗੱਲਬਾਤ ਜ਼ਰੂਰ ਸੁਣੋ। ਕਬਰਿਸਤਾਨ ਦੀ ਜ਼ਮੀਨ 'ਤੇ ਨਜਾਇਜ਼ ਤਰੀਕੇ ਨਾਲ ਜਿਹੜੀ ਉਸਾਰੀ ਹੋ ਰਹੀ ਹੈ, ਉਸ ਮਾਮਲੇ ਦੇ ਵਿੱਚ ਇੱਕ ਸ਼ਿਕਾਇਤ ਐਸਡੀਐਮ ਖਰੜ ਸਰਦਾਰ ਰਵਿੰਦਰ ਸਿੰਘ ਜੀ ਕੋਲ ਵੀ ਆਈ ਸੀ। ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਤੁਹਾਡੇ ਕੋਲ ਸ਼ਿਕਾਇਤ ਜਿਹੜੀ ਆਈ ਸੀ, ਉਸ ਸ਼ਿਕਾਇਤ ਦੇ ਅੱਗੇ ਹੁਣ ਕੀ ਕੁਝ ਬਣਿਆ? ਉਹਦੇ ਵਿੱਚ ਜਿਵੇਂ ਕਿ ਤੁਹਾਡੀ ਮੈਂ ਪੱਤਰਕਾਰਤਾ ਦੇਖੀ ਸੀ, ਉਹ ਜਿਹੜੀ ਵੀਡੀਓ ਦੇਖੀ ਤਾਂ ਮੈਂ ਤੁਹਾਨੂੰ ਕਾਲ ਕੀਤੀ ਸੀਗੀ ਉਹਦੇ ਵਿੱਚ ਕਿ ਇਹਦੇ ਵਿੱਚ ਕੀ ਮਸਲਾ, ਤੁਸੀਂ ਮੈਨੂੰ ਦੱਸਿਆ ਕਿ ਆਹ ਮਸਲਾ ਹੈਗਾ। ਤਾਂ ਉਹਦੇ ਰਿਗਾਰਡਿੰਗ ਅਸੀਂ CEO ਵਕਫ ਬੋਰਡ ਜੀ ਆਪਣੇ ਜਿਹੜੇ ਸਰ ਲਤੀਫ ਅਹਿਮਦ ਨੇ, ਲਤੀਫ ਅਹਿਮਦ ਸਰ ਨਾਲ ਸਾਡੀ ਗੱਲ ਹੋਈ। ਉਹਦੇ ਵਿੱਚ ਅਸੀਂ ਪੁੱਛਿਆ ਉਹਨਾਂ ਨੂੰ ਕਿ ਵੀ ਲੀਜ਼ ਦੀ ਅਥੈਂਟਿਸਿਟੀ ਹੈ ਕਿ ਨਹੀਂ ਹੈ। ਤਾਂ ਉਹਨਾਂ ਨੇ ਕਨਫਰਮ ਕੀਤਾ ਕਿ ਲੀਜ਼ ਦੀ ਅਥੈਂਟਿਸਿਟੀ ਹੈ, ਕਿ ਸਾਡੇ ਵੱਲੋਂ ਲੀਜ਼ ਕਮਰਸ਼ੀਅਲੀ ਦਿੱਤੀ ਗਈ ਹੈ। ਬਟ ਉਹਨਾਂ ਵੱਲੋਂ ਇਹ ਵੀ ਕਲੀਅਰ ਕੀਤਾ ਗਿਆ ਉਸ ਵਿੱਚ ਕਿ ਜੇ ਕਮਰਸ਼ੀਅਲੀ ਸਾਡੇ ਵੱਲੋਂ ਲੀਜ਼ ਅਪਰੂਵ ਹੋਈ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਸਿੱਧੀ ਕੰਸਟਰਕਸ਼ਨ ਸਟਾਰਟ ਕਰ ਦੇ। ਉਹਨੂੰ ਬਕਾਇਦਾ ਜਿਹੜੀ ਮਿਊਨਿਸਪਲ ਕਮੇਟੀ ਆ ਉਹਦੇ ਵੱਲੋਂ NOCs ਜਿਹੜੀਆਂ ਜਾਰੀ ਕੀਤੀਆਂ ਹੋਈਆਂ ਨਕਸ਼ੇ ਪਾਸ ਕਰਾਉਣੇ ਪੈਣੇ ਆ। ਤਾਂ ਇਹ ਦੇਖ ਕੇ ਅਸੀਂ ਜਿਹੜੀ ਆਟੋਮੈਟਿਕ, ਉਹ ਇਨਫੈਕਟ ਉਹ ਤੋਂ ਪਹਿਲਾਂ ਹੀ ਅਸੀਂ ਜਿਹੜੇ ਹਰਿੰਦਰਜੀਤ ਨੇ, ਸ਼ਾਇਦ ਉਹਨਾਂ ਨਾਮ ਹਰਿੰਦਰਜੀਤ ਸਿੰਘ ਆ, ਤੇ ਉਹਨਾਂ ਨੂੰ ਅਸੀਂ ਨੋਟਿਸ ਉਹਨਾਂ ਨੂੰ ਅਸੀਂ ਕਹਿਤਾ ਸੀਗਾ ਕਿ ਆਪਣੀ ਜਿਹੜੀ ਕੰਸਟਰਕਸ਼ਨ ਆ ਉਹ ਨਾਲ ਦੀ ਨਾਲ ਫੌਰੀ ਰੂਪ 'ਚ ਬੰਦ ਕੀਤੀ ਜਾਵੇ। ਤੇ ਜਿਹੜੀ ਮੇਰੇ ਕੋਲ ਕੰਪਲੇਂਟ ਆਈ ਸੀ, ਮੈਂ EO ਸਾਹਿਬ ਨੂੰ ਮਾਰਕ ਕਰ ਦਿੱਤੀ ਹੈ। ਤੇ ਜਦੋਂ ਵੀ ਸਾਡੇ ਕੋਲ ਉਹਦੀ ਕੋਈ ਵੀ ਡਿਮੋਲੀਸ਼ਨ ਲਈ ਸਾਡੇ ਕੋਲ ਪੁਲਿਸ ਹੈਲਪ ਲਈ ਆਏਗਾ, ਕਿਉਂਕਿ ਜਦੋਂ ਵੀ ਡਿਮੋਲੀਸ਼ਨ ਹੁੰਦੀ ਹੈ ਕਿਸੇ ਚੀਜ਼ ਦੀ ਤਾਂ ਜਨਰਲੀ ਸਾਡੇ ਤੋਂ ਪੁਲਿਸ ਹੈਲਪ ਮੰਗੀ ਜਾਂਦੀ ਹੈ। ਤੇ EO ਸਾਹਿਬ ਜਦ ਵੀ ਸਾਡੇ ਤੋਂ ਪੁਲਿਸ ਹੈਲਪ ਮੰਗਦੇ ਨੇ ਉਹਨੂੰ ਡਿਮੋਲਿਸ਼ ਕਰਨ ਲਈ, ਤਾਂ ਸਾਡੇ ਵੱਲੋਂ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਪੁਲਿਸ ਹੈਲਪ ਦੇ ਕੇ ਉਹਨੂੰ ਰਿਜ਼ੋਲਵ ਕੀਤਾ ਜਾਏਗਾ। ਸਰ, ਤੁਸੀਂ ਆਪਣੇ ਤੌਰ 'ਤੇ ਪਤਾ ਕੀਤਾ ਹੋਣਾ EO ਸਾਹਿਬ ਕੋਲੋਂ ਵੀ ਬਈ ਨਕਸ਼ਾ ਪਾਸ ਹੋਇਆ, ਕਰਵਾਇਆ ਕਿ ਨਹੀਂ ਕਰਵਾਇਆ ਗਿਆ? ਨਹੀਂ, ਹਜੇ ਤੱਕ ਨਹੀਂ ਹੋਇਆ, ਉਹਦਾ ਕੋਈ ਨਕਸ਼ਾ ਪਾਸ ਨਹੀਂ ਹੋਇਆ ਹਜੇ ਤੱਕ। ਤੇ ਨਾਲ ਇੱਕ ਚੀਜ਼ ਹੋਰ ਹੈ ਵੀ ਇਹ ਜਿਹੜੀ ਲੀਜ਼ ਹੈ ਮੇਰੇ ਖਿਆਲ ਕੁਝ ਇੱਕ ਲਿਮਿਟਡ ਟਾਈਮ ਪੀਰੀਅਡ ਵਾਸਤੇ ਹੁੰਦੀ ਹੈ। 3 ਸਾਲ ਹੋ ਗਿਆ, ਲੈਟ ਅਸ ਸੇ, ਜਾਂ 4 ਸਾਲ ਹੋ ਗਿਆ। 3 ਸਾਲ ਦੇ ਲਈ ਬੰਦਾ ਇੱਕ ਲੀਜ਼ 'ਤੇ ਜਗ੍ਹਾ ਲੈ ਰਿਹਾ ਹੈ ਤੇ ਕਰੋੜਾਂ ਰੁਪਏ ਇਨਵੈਸਟ ਕਰ ਰਿਹਾ ਹੈ। ਤੇ ਉਹਦੇ ਵਿੱਚ ਉਹਨਾਂ ਨੇ ਖਬਰ ਦੇ ਵਿੱਚ ਉਹਨਾਂ ਦੀ ਸੇਲਸ ਵਾਲੇ ਬੰਦੇ ਨੇ ਕਿਹਾ ਵੀ ਸਾਡੇ 14 ਸ਼ੋਰੂਮ ਨੇ ਤੇ 10 ਮੇਰੇ ਖਿਆਲ ਦੁਕਾਨਾਂ ਨੇ, ਤੇ ਜਿਹਦੇ 'ਚੋਂ 4 ਸ਼ੋਰੂਮ ਰਹਿ ਗਏ ਨੇ ਤੇ 2 ਦੁਕਾਨਾਂ, ਬਾਕੀ ਸਾਰਾ ਕੁਝ ਵਿਕ ਗਿਆ। ਸਿਰਫ ਉਹ ਚੀਜ਼ ਤਾਂ ਵੇਚੀ ਵੀ ਨਹੀਂ ਜਾ ਸਕਦੀ। ਮਤਲਬ ਇਹ ਵੀ ਤੁਹਾਨੂੰ ਲੱਗਦਾ ਨਹੀਂ ਹੈ ਵੀ ਗਲਤ
ਗਲਤ ਚੀਜ਼ ਹੈਗੀ ਤੇ ਵਕਫ ਬੋਰਡ ਨੂੰ ਵੀ ਦੇਖਣਾ ਚਾਹੀਦਾ ਇਸ ਬਾਰੇ। ਜੇ ਬੰਦਾ ਕੰਸਟਰਕਸ਼ਨ ਪੱਕੇ ਤੌਰ ਤੇ ਕਰ ਰਿਹਾ ਹੈ, ਲੀਜ਼ ਖਤਮ ਹੋ ਗਈ ਉਸ ਤੋਂ ਬਾਅਦ ਕੀ ਕਰੇਗਾ? ਇਹਦੇ ਵਿੱਚ ਜਨਰਲੀ ਪਹਿਲਾਂ ਤਾਂ ਇਹ ਗੱਲ ਦੇਖਣ ਵਾਲੀ ਆ ਕਿ ਵੀ ਕੀ ਉਹ ਵਕਫ ਬੋਰਡ ਦੀ ਲੈਂਡ ਦੇ ਉੱਤੇ ਉਸ ਚੀਜ਼ ਨੂੰ ਵੇਚ ਸਕਦਾ ਕਿ ਨਹੀਂ ਵੇਚ ਸਕਦਾ। ਬਿਕੋਜ਼ ਜਿੱਥੇ ਤੱਕ ਮੇਰੀ ਨੌਲੇਜ ਆ, ਜਿਹੜੀ ਵਕਫ ਬੋਰਡ ਦੀ ਲੈਂਡ ਆ ਦੈਟ ਇਜ਼ ਦ ਲੈਂਡ ਆਫ ਗੋਡ। ਉਹ ਨਾ ਤਾਂ ਕਿਤੇ ਵੇਚੀ ਜਾ ਸਕਦੀ ਹੈ, ਨਾ ਤਾਂ ਕਿਤੇ ਤਬਦੀਲ ਕੀਤੀ ਜਾ ਸਕਦੀ ਹੈ। ਸੋ ਪਹਿਲਾਂ ਤਾਂ ਰਜਿਸਟਰੀਆਂ ਜੇ ਹੋਈਆਂ ਨੇ ਤਾਂ ਉਹ ਇੱਕ ਬਹੁਤ ਵੱਡਾ ਫਰਾਡ ਆ ਜੋ ਮੇਰੀ ਨੌਲੇਜ ਦੇ ਵਿੱਚ। ਰਜਿਸਟਰੀਆਂ ਨਹੀਂ ਹੋ ਸਕਦੀਆਂ ਕਿਸੇ ਦੇ ਨਾਮ। ਸੈਕੰਡ, ਜੇ ਸ਼ਾਇਦ ਲੀਜ਼ ਐਗਰੀਮੈਂਟ ਹੋਏਗਾ, ਉਹਨੇ ਸ਼ਾਇਦ ਅੱਗੇ ਲੀਜ਼ ਆਊਟ ਨਾ ਕਰਤੀ ਹੋਵੇ, ਉਹ ਦੇਖਣ ਯੋਗ ਹੋਏਗਾ। ਤੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਇੱਕ ਲੀਜ਼ ਤੇ ਲੈ ਕੇ ਕੁਝ ਪਾਰਟਿਕੂਲਰ ਟਾਈਮ ਪੀਰੀਅਡ ਲਈ, ਸਾਲ ਲਈ ਫੋਰ ਐਗਜ਼ਾਮਪਲ ਉਹ ਲੈ ਲੈਂਦਾ ਬੰਦਾ, ਕੋਈ ਲੀਜ਼ ਤੇ ਲੈ ਲੈਂਦਾ ਤੇ ਉਹਦੇ ਤੇ ਜੋ ਪਰਮਾਨੈਂਟ ਸਟਰਕਚਰ ਖੜੇ ਕਰ ਲੈਂਦਾ ਤਾਂ ਉਹਦੀ ਇੱਕ ਪਰਸਨਲ ਜ਼ਿੰਮੇਵਾਰੀ ਹੋ ਜਾਂਦੀ ਆ। ਤੇ ਇਹ ਵਕਫ ਬੋਰਡ ਦੇ ਓਬਵੀਅਸਲੀ ਉਹ 1 ਸਾਲ ਬਾਅਦ ਦੁਬਾਰਾ ਵਕਫ ਬੋਰਡ ਕੋਲ ਚਲੇ ਜਾਣੀ ਆ ਤਾਂ ਉਹਦੀ ਪ੍ਰਾਪਰਟੀ, ਵਕਫ ਬੋਰਡ ਦੀ ਪ੍ਰਾਪਰਟੀ ਆ, ਚਾਹੇ ਉਹਨੂੰ ਰੇਜ਼ ਆਫ ਵੀ ਕਰ ਸਕਦੇ, ਉਹਨੂੰ ਢਾਹ ਵੀ ਸਕਦੇ ਨੇ। ਜੇ ਉਹਨਾਂ ਨੇ ਅੱਗੇ ਉਹੀ ਚੀਜ਼ ਕਿਸੇ ਨੂੰ ਅੱਗੇ ਲੀਜ਼ ਤੇ ਦੇਣੀ ਹੈ ਤਾਂ ਅੱਗੇ ਵੀ ਦੇ ਸਕਦੇ ਨੇ। ਤਾਂ ਉਹ ਸਾਰੀ ਇਹ ਵਕਫ ਬੋਰਡ ਦੀ ਪਾਲਿਸੀ ਹੈ, ਇਸ ਬਾਰੇ ਅਸੀਂ ਕਮੈਂਟ ਨਹੀਂ ਕਰ ਸਕਦੇ। ਜਿਹੜਾ ਤੁਸੀਂ ਈਓ ਸਾਹਿਬ ਨੂੰ ਹੁਣ ਤੁਸੀਂ ਅੱਗੇ ਭੇਜਿਆ ਹੈ ਮਾਮਲਾ, ਤੇ ਈਓ ਸਾਹਿਬ ਵੱਲੋਂ ਕੁਝ ਆਇਆ ਹੈ ਵੀ ਹਾਂਜੀ ਅਸੀਂ ਅੱਗੇ ਕਰਾਂਗੇ, ਜਾਂ ਕੋਈ ਤੁਹਾਡੇ ਵਾਸਤੇ ਤੁਹਾਡੇ ਲਈ ਉਹਨਾਂ ਨੇ ਭੇਜਿਆ ਹੋਵੇ ਵੀ ਸਾਨੂੰ ਅਮਲਾ ਦਿਓ ਅਸੀਂ ਡੈਮੋਲਿਸ਼ ਕਰੀਏ, ਕੋਈ ਇਦਾਂ ਦੀ ਕੋਈ ਅੱਗੇ ਕਾਰਵਾਈ ਹੋਈ ਹੈ ਜੀ? ਹਜੇ ਤੱਕ ਸਾਡੇ ਕੋਲੋਂ ਇਦਾਂ ਦਾ ਕੁਝ ਨਹੀਂ, ਬਟ ਜਿਹੜੀ ਕੰਸਟਰਕਸ਼ਨ ਆ ਉਹ ਨਾਲ ਦੀ ਨਾਲ ਬੰਦ ਕਰ ਚੁੱਕੇ ਸੀਗੇ। ਕੰਸਟਰਕਸ਼ਨ ਬੰਦ ਆ ਤੇ ਉਹਨਾਂ ਨੂੰ ਇਹੀ ਹਦਾਇਤ ਕੀਤੀ ਗਈ ਹੈ ਕਿ ਅਗਲੇ ਜਿਹੜੇ ਹੁਕਮਾਂ ਤੱਕ ਜਦ ਤੱਕ ਤੁਹਾਡੇ ਨਕਸ਼ੇ ਪਾਸ ਨਹੀਂ ਹੁੰਦੇ ਕੋਈ ਵੀ ਕੰਸਟਰਕਸ਼ਨ ਇੱਕ ਵੀ ਇੱਟ ਨਹੀਂ ਉੱਥੇ ਲੱਗੇਗੀ। ਜੀ ਸਰ, ਸੁਣਨ 'ਚ ਇਹ ਵੀ ਆਇਆ ਵੀ ਉਹਨਾਂ ਵੱਲੋਂ ਵੀ ਕੰਪਲੇਂਟ ਦਿੱਤੀ ਗਈ ਹੈ ਇੱਕ। ਅਸੀਂ ਹਾਲਾਂਕਿ ਡੀਐਸਪੀ ਆਫਿਸ ਵੀ ਜਾ ਕੇ ਆਏ ਹਾਂ, ਵੀ ਉਹ ਕੰਪਲੇਂਟ ਦਿੱਤੀ ਗਈ ਵੀ ਬਲੈਕਮੇਲ ਵਗੈਰਾ ਕੀਤਾ ਜਾ ਰਿਹਾ ਹੈ। ਹਾਂਜੀ, ਜਿਹੜੇ ਲੈਸੀ ਹੈਗੇ ਨੇ ਹਰਿੰਦਰਜੀਤ, ਉਹਨਾਂ ਨੇ ਕੰਪਲੇਂਟ ਦਿੱਤੀ ਸੀਗੀ। ਉਹ ਪਾਰਟਿਕੂਲਰਲੀ ਮੇਰੇ ਆਫਿਸ ਦੇ ਵਿੱਚ ਆਏ ਸੀਗੇ ਕੰਪਲੇਂਟ ਲੈ ਕੇ, ਤੇ ਮੇਰੇ ਕੋਲ ਕੋਈ ਇਨਕੁਆਇਰੀ ਅਫਸਰ ਜਾਂ ਇੱਦਾਂ ਦਾ ਅਮਲਾ ਨਹੀਂ ਹੁੰਦਾ। ਤਾਂ ਸਾਡੇ ਵੱਲੋਂ ਕੀ ਕੀਤਾ ਜਾਂਦਾ, ਜੇ ਕਿਸੇ ਵੀ ਡਿਪਾਰਟਮੈਂਟ ਦੀ ਕੋਈ ਵੀ ਕੰਪਲੇਂਟ ਹੁੰਦੀ ਆ, ਫੋਰ ਐਗਜ਼ਾਮਪਲ ਜੇ ਈਓ ਸਾਹਿਬ ਨਾਲ ਰਿਲੇਟਡ ਕੰਪਲੇਂਟ ਆ ਤਾਂ ਮੇਰੇ ਵੱਲੋਂ ਈਓ ਸਾਹਿਬ ਨੂੰ ਮਾਰਕ ਕੀਤੀ ਜਾਂਦੀ ਹੈ ਨੈਸੈਸਰੀ ਐਕਸ਼ਨ ਲਈ। ਉੱਦਾਂ ਹੀ ਇਹ ਕੰਪਲੇਂਟ ਜਿਹੜੀ ਬਲੈਕਮੇਲਿੰਗ ਵਾਲੀ ਸੀਗੀ ਤਾਂ ਮੇਰੇ ਅਧਿਕਾਰ ਖੇਤਰ 'ਚ ਨਹੀਂ ਹੈਗੀ, ਤਾਂ ਮੇਰੇ ਵੱਲੋਂ ਡੀਐਸਪੀ ਸਾਹਿਬ ਨੂੰ ਮਾਰਕ ਕੀਤੀ ਗਈ ਸੀਗੀ। ਤੇ ਡੀਐਸਪੀ ਸਾਹਿਬ ਉਹਦੀ ਇਨਕੁਆਇਰੀ ਕਰ ਰਹੇ ਨੇ। ਐਂਡ ਜੋ ਮੈਨੂੰ ਪਤਾ ਲੱਗਿਆ ਕਿ ਹਰਿੰਦਰਜੀਤ ਨੇ ਜਿਹੜੇ ਨੇ ਉਹਨਾਂ ਨੂੰ 4-5 ਵਾਰੀ ਬੁਲਾਇਆ ਗਿਆ ਡੀਐਸਪੀ ਸਾਹਿਬ ਵੱਲੋਂ, ਐਂਡ ਜਿਹੜੇ ਜਿਨ੍ਹਾਂ ਦੇ ਖਿਲਾਫ ਕੰਪਲੇਂਟ ਆ ਉਹਨਾਂ ਨੂੰ ਵੀ ਬੁਲਾਇਆ ਗਿਆ। ਸੋ ਮਾਮਲਾ ਪੁਲਿਸ ਦੇ ਵਿੱਚ ਆ, ਮੇਰੇ ਕੋਲ ਨਹੀਂ ਹੈ। ਤਾਂ ਇਹ ਸਨ ਐਸਡੀਐਮ ਖਰੜ ਰਵਿੰਦਰ ਸਿੰਘ ਜੀ। ਸਾਡੇ ਨਾਲ ਇਸ ਵੇਲੇ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰੈਜ਼ੀਡੈਂਟ ਸ਼ੈਫੁਰ ਰਹਿਮਾਨ ਜੀ ਵੀ ਮੌਜੂਦ ਨੇ। ਗੱਲਬਾਤ ਕਰਾਂਗੇ ਤੇ ਇਲਾਕਾ ਵਾਸੀ ਵੀ ਮੌਜੂਦ ਨੇ। रहमान साहब, एसडीएम साहब ने ईओ साहब को लिखती तौर पे भेजा है, तो काम तो रुक गया है, तसल्ली है आप? काम रुक गया है, महीना से ऊपर हो गया हम इस बात को देखते हुए। इन्होंने कहा, जैसा कि मैं बात करी थी, कहते हैं कि हमने ईओ को बोल दिया है, ईओ साहब देखेंगे। ईओ साहब और ये वो जो भी डिपार्टमेंट का काम है, उसके बाद अभी तक जिसने भी ये गलत काम किया उसके खिलाफ कोई एक्शन हुआ अभी यहाँ पे? ठीक है, कहने से बात नहीं बनती है। कोई कंस्ट्रक्शन कर लेता है, आप शहर में बैठे हैं, आप शहर के नुमाइंदे हैं, एक्शन नहीं ले सकते। एक्शन के लिए क्या सिर्फ गरीब हैं, जो गरीब लोग हैं वही दिखते हैं आपको? लेकिन एसडीएम साहब ने हमसे बातचीत में ये भी कहा है कि जब मुझे ईओ साहब लिख के भेजेंगे कि मुझे दस्ता चाहिए है तोड़ने के लिए वहाँ इलीगल कंस्ट्रक्शन को, हम दे देंगे। नहीं, ये अब सबसे सवाल यहाँ पे खड़ा होता है, ये हमारा काम है क्या हम जाके देखें काम रुकवाए या हम आपको कंप्लेन करें? तो पहले ही आपको कर देना चाहिए था। जब हम लोग इकट्ठा हुए, आपको कंप्लेन किया, इमीडिएट इस पर एक्शन होना चाहिए था ना। पहले एक्शन नहीं हुआ। जब एसडीएम साहब ने फॉरवर्ड कर दिया, या जैसा कहते हैं कि हमने फॉरवर्ड किया ईओ को, ईओ साहब कहाँ सोए पड़े हैं? ईओ साहब ने क्या एक्शन लिया? जिन लोगों ने कंस्ट्रक्शन किया बगैर डॉक्यूमेंट के, उनके खिलाफ पर्चा हुआ, बिल्डिंग टूटी, कोई कहीं से भी कोई एक्शन कहीं पर किसी को दिखता? कुछ नहीं दिखता। हम वहीं के वहीं देख रहे हैं। तो हम लोग तो बस यही है, हम तो सरकार से या जो भी है महकमा है उनसे अभी भी हम गुजारिश ही कर रहे हैं कि इस पर इमीडिएट एक्शन लो, जो भी लोग इसमें इन्वॉल्व हैं उनके इलेक्शन। अदरवाइज हमारे पास तो क्या, हम तो धरना लगाएंगे, डिपार्टमेंट के सामने बैठेंगे। लेकिन रहमान साहब, एक बात और है, जब हमने खबर भी की थी तब हमने सीईओ वक्फ बोर्ड लतीफ़ साहब से बात भी की थी, तो उन्होंने कहा था भी अगर कुछ कंस्ट्रक्शन करनी भी हो तो वहाँ जो लोकल प्रशासन है उसकी परमिशन और नक्शा पास करवाना ज़रूरी है। और ईओ साहब ने भी कहा कि हमसे नक्शा पास नहीं करवाया गया है। सीईओ साहब के ध्यान में ये मामला भी है, यानी कि वक्फ बोर्ड के ध्यान में मामला है ये, लेकिन वक्फ बोर्ड का आपकी नॉलेज में है कोई नुमाइंदा यहाँ आया हो? बहुत अच्छा सवाल किया आपने। अगर वक्फ बोर्ड सही होता तो शायद ये प्रॉब्लम ही ना होती। ये सब उनको पता है कैसे कैसे करना है, कैसे इसको लंबा खींचना है, और उस बीच में ज़मीनों को कब्जा करवा देना है। ये उनकी तरफ से तो हो रहा है। एक आदमी को आप पट्टा दे देते हो, आप 3 साल कह के देते हो, फिर उसी के बाद दोबारा चला जाता है, तीसरी बार चला जाता है, और ये पता सबको पता होता है कि हमने ले लिया है, हमारे पास कंटिन्यू रहेगा, तभी तो कंस्ट्रक्शन होता है। 3 साल के लिए आप बताओ, लाखों क्या करोड़ों रुपया कौन इन्वेस्ट करता है? आप अगर सपोज मैं आपसे ही सवाल करता हूँ, आपको ऐसी कोई ज़मीन मिल जाए 3 साल की या 5 साल की, आप कंस्ट्रक्शन करेंगे क्या? मैं भी नहीं करूँगा।
तो ये पता होता है कि ये कुछ दिन पैसे हमने देने हैं, पता नहीं कहाँ से उनको क्या मिल जाता है, ये तो हमें नहीं पता, लेकिन कुछ तो मिलता होगा इन लोगों को। उसके बाद धीरे धीरे करके कब्जा हो जाता है हर ज़मीन पर। देखें इनके पटवारी साहब से हमारी पीछे को मुलाकात होती है, कोई जो वक्फ बोर्ड का पटवारी है मिस्टर बलविंदर सिंह, उनको एक मस्जिद तो दिख जाती है, लांडरा भागो माजरा में एक मस्जिद है, हर 15 दिन महीने के बाद वहाँ पे चढ़ाई करने आ जाते हैं वो कि मस्जिद आपने ऐसे कैसे बनाई, 2 फीट बाहर कैसे ले ली, वो बहस करने आते हैं और अपनी लोकल अपनी धौंस भी दिखाते हैं। उनको क्या दिखता नहीं है पटवारी साहब को ये चीज़ें कि लीगल कंस्ट्रक्शन हो रहा है? हो सकता है कि खरड़ का रास्ता ना पता हो उनको। नाश्ता पता, सब पता है कि किसको क्या मिल रहा है, किधर से क्या मिल रहा है, वो तो उनको ही पता है। जब तक क्या पर्सनल इंटरेस्ट नहीं होता बंदा नहीं बढ़ता ना। खरड़ में शायद मिल रहा होगा उनको, इधर आ जाते हैं। अब अगली बार पटवारी साहब मिलेंगे तो उनको रास्ता बता देना ना, भाई ये शिवराज नगर का रास्ता कहाँ को जाता है। हम लेके आएंगे, उनसे गुजारिश करते हैं कि आप आइए, या बताइए, हम आपको वहाँ से आपके ऑफिस से लेके आते हैं, जगह दिखाते हैं, लोकल लोगों से मिलवाते हैं। देखिए सीधी सी बात है कि हम तो जो कब्रिस्तान की जगह है बीच, ये सबको पता है कि वक्फ बोर्ड की जगह है। वक्फ बोर्ड इसलिए उसके पास है कि मुसलमानों की जगह थी, जब मुस्लिम कम हुए पार्टीशन के बाद, पंजाब का माहौल सबको पता है, कम हुए तो वक्फ बोर्ड के पास चला गया। अब मुसलमान धीरे धीरे यहाँ पे आने लगे हैं। हमारी विनती है प्रशासन से भी, वक्फ बोर्ड से भी, कि वहाँ पे कब्रिस्तान को कंटिन्यू किया जाए और इन चीज़ों से बाहर रहिए आप लोग, ताकि जो है हमारी जो ज़रूरत की चीज़ है वो हमारे यूज़ में आ सके। ਇਹ ਤਾਂ ਸੀ ਪਹਿਲਾ ਭਾਗ। ਹੁਣ ਇਸ ਖਬਰ ਦਾ ਦੂਜਾ ਭਾਗ, ਖਬਰ ਦਾ ਮਾੜਾ ਅਸਰ ਵੀ ਹੋਇਆ। ਮਾੜਾ ਅਸਰ ਹੋਇਆ ਕੀ ਹੈ? ਉਹ ਲੋਕ ਜਿਨ੍ਹਾਂ ਨੇ ਨਜਾਇਜ਼ ਉਸਾਰੀ ਨੂੰ ਨੰਗਾ ਕਰਨ ਦੀ ਹਿੰਮਤ ਦਿਖਾਈ, ਉਹਨਾਂ ਦੇ ਖਿਲਾਫ ਹੀ ਇੱਕ ਦਰਖਾਸਤ ਵੀ ਦਿੱਤੀ ਗਈ। ਜਦੋਂ ਉਹ ਦਰਖਾਸਤ ਦੇ ਬਾਬਤ ਥਾਣੇ ਵਿੱਚ ਗਏ, ਅੱਛਾ ਥਾਣੇ ਵਾਲਿਆਂ ਨੇ ਬੁਲਾਇਆ ਵੀ ਕਿਵੇਂ? ਹੁਣ ਉਹ ਵੀ ਬੜੀ ਦਿਲਚਸਪ ਕਹਾਣੀ ਹੈ। ਇੱਕ ਪਰਵਾਨਾ ਭੇਜਿਆ ਜਾਂਦਾ ਹੈ ਅਤੇ ਉਹ ਪਰਵਾਨਾ ਬਿਨਾਂ ਨੰਬਰ ਤੋਂ ਹੈ, ਜੋ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਖੜਾ ਕਰਦਾ ਹੈ ਕਿ ਬਿਨਾਂ ਨੰਬਰ ਲਾਏ ਪਰਵਾਨਾ ਕਿਉਂ ਭੇਜਿਆ ਗਿਆ? ਕਿਆ ਸਿਰਫ ਇਹ ਉਹਨਾਂ ਨੂੰ ਡਰਾਉਣ ਦਾ ਇੱਕ ਤਰੀਕਾ ਸੀ? ਖੈਰ ਫਿਰ ਵੀ ਉਹ ਉੱਥੇ ਪਹੁੰਚੇ, ਮੌਕੇ 'ਤੇ ਸਬੱਬੀ ਅਸੀਂ ਵੀ ਉੱਥੇ ਸੀ, ਅਤੇ ਜਦੋਂ ਰੀਡਰ ਸਾਹਿਬ ਨੇ ਪਿਆਰ ਨਾਲ ਗੱਲ ਕਰਨ ਦੀ ਬਜਾਏ ਕਿਹਾ ਵੀ ਤੁਸੀਂ ਆਪਣਾ ਸਮਾਨ ਲੈ ਕੇ ਆਓ, ਯਾਨੀ ਮਾਈਕ ਕੈਮਰਾ, ਤਾਂ ਅਸੀਂ ਮਾਈਕ ਕੈਮਰਾ ਔਨ ਕਰ ਲਿਆ। ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਹੈ ਤੁਸੀਂ ਇੱਕ ਵਾਰ ਉਹ ਦੇਖੋ, ਅੱਗੇ ਦੀ ਕਹਾਣੀ ਫਿਰ ਦੱਸਦੇ ਹਾਂ। ਖਰੜ ਦੇ ਸਵਰਾਜ ਨਗਰ ਦੇ ਵਿੱਚ ਕਬਰਿਸਤਾਨ ਦੇ ਨਜਾਇਜ਼ ਤਰੀਕੇ ਨਾਲ ਸ਼ੋਰੂਮ ਬਣ ਰਹੇ ਸੀ। ਬਣਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਤਾਂ ਕੀ ਹੋਣੀ ਹੈ, ਦਰਖਾਸਤਾਂ ਵੀ ਗਈਆਂ ਹੋਈਆਂ ਨੇ, ਪਰ ਹੁਣ ਉਲਟ ਹੋ ਰਿਹਾ ਹੈ, ਗੰਗਾ ਉਲਟੀ ਵਹਿ ਰਹੀ ਹੈ। ਜਿਹੜੇ ਨਜਾਇਜ਼ ਉਸਾਰੀ ਕਰ ਰਹੇ ਨੇ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ। ਸਾਡੇ ਨਾਲ ਲੀਡਰ ਸਾਹਿਬ ਨੇ ਡੀਐਸਪੀ ਆਫਿਸ ਪਹੁੰਚੇ ਨੇ, ਅਸੀਂ ਵੈਸੇ ਗੱਲ ਕਰ ਰਹੇ ਸੀ, ਕਹਿੰਦੇ ਪਹਿਲਾਂ ਆਪਣਾ ਕੈਮਰਾ ਮਾਈਕ ਲੈ ਕੇ ਆਓ, ਅਤੇ ਅਸੀਂ ਪਹੁੰਚੇ ਹਾਂ। ਅਸੀਂ ਪੁੱਛਾਂਗੇ ਦਰਖਾਸਤ ਵਿੱਚ ਹੈ ਕੀ ਅਤੇ ਕੀ ਸਬੂਤ ਦਿੱਤਾ ਹੈ। ਲੀਡਰ ਸਾਹਿਬ, ਉਹਨਾਂ ਨੇ ਨਾਲ ਬਲੈਕਮੇਲਿੰਗ ਦਾ ਕੋਈ ਆਡੀਓ ਵਗੈਰਾ ਵੀਡੀਓ ਕੁਝ ਦਿੱਤਾ ਹੈ ਜੀ? ਇਹਦੇ ਰਿਗਾਰਡਿੰਗ ਡੀਐਸਪੀ ਸਾਹਿਬ ਨਾਲ ਤੁਸੀਂ ਗੱਲ ਕਰੋ ਜੀ। ਸਰ ਪਰਵਾਨਾ ਕਿਹਨੇ ਭੇਜਿਆ, ਡੀਐਸਪੀ ਮੈਡਮ ਨੂੰ ਕਿ ਤੁਸੀਂ? ਡੀਐਸਪੀ ਦੇ ਆਰਡਰ ਤੇ ਮੈਂ ਭੇਜਿਆ ਜੀ। ਆਰਡਰ 'ਤੇ ਤੁਸੀਂ ਪਰਵਾਨੇ 'ਤੇ ਤਾਂ ਨੰਬਰ ਤਾਂ ਲੱਗਿਆ ਨਹੀਂ ਹੋਇਆ, ਤੁਸੀਂ ਭੇਜਿਆ ਕਿਵੇਂ? ਇਸ ਬਾਰੇ ਡੀਐਸਪੀ ਸਾਹਿਬ ਦੱਸ ਦੇਣਗੇ ਜੀ। ਭੇਜਣ ਵਾਲਾ ਕੌਣ ਹੈ ਸਰ? ਰੀਡਰ ਦੇ ਸਾਈਨ ਹੋਇਆ ਥੱਲੇ। ਨਾਲ ਪਲੀਜ਼ ਗੱਲ ਕਰੋ ਸਰ ਰੀਡਰ ਦੇ ਸਾਈਨ ਹੋਇਆ ਥੱਲੇ, ਪਰਵਾਨੇ ਦੇ ਨੰਬਰ ਬਿਨਾਂ ਨੰਬਰ ਤੇ ਭੇਜਦੇ ਹੋ? ਸਰ ਡੀਐਸਪੀ ਸਾਹਿਬ ਨਾਲ ਗੱਲ ਕਰੋ। ਬਿਨਾਂ ਨੰਬਰ ਤੇ ਭੇਜਦੇ ਪਰਵਾਨਾ? ਉਹਦੇ ਬਾਰੇ ਡੀਐਸਪੀ ਸਾਹਿਬ ਕਲੀਅਰ ਸਰ ਸਾਈਨ ਦਾ ਰੀਡਰ ਦੇ ਪਰਵਾਨਾ ਦਿਖਾਈਏ ਮੈਨੂੰ। ਕੈਮਰਾ ਪਰਸਨ ਨੂੰ ਕਹਾਂਗੇ ਕਿ ਪਰਵਾਨੇ ਦਾ ਸਾਈਨ ਥੋੜੀ ਜਿਹੀ ਨਜ਼ਰ ਮਾਰੇ। ਸਾਈਨ ਰੀਡਰ ਸਾਹਿਬ ਦੇ ਹੋਏ ਹੋਏ ਨੇ, ਤਸਦੀਕ ਕੀਤੀ ਹੈ ਰੀਡਰ ਸਾਹਿਬ ਨੇ, ਤੇ ਉੱਤੇ ਨੰਬਰ ਪਰਵਾਨੇ ਦਾ ਹੈ ਹੀ ਨਹੀਂ। ਪੰਚਕੂਲੇ 'ਚ ਇੱਕ ਮਾਮਲਾ ਸਾਹਮਣੇ ਆਇਆ ਸੀ, ਇੱਕ ਐਸਾ ਹੀ ਠੱਗ ਸੀ ਜੋ ਪੁਲਿਸ ਦੇ ਨਾਲ ਮਿਲ ਕੇ ਸ਼ਿਕਾਇਤਕਰਤਾ ਨੂੰ ਜਾਂ ਪੀੜਤਾਂ ਨੂੰ ਬਲੈਕਮੇਲ ਕਰਦੇ ਸੀ। ਕਿ ਇੱਥੇ ਵੀ ਉਹੀ ਚੱਲ ਰਿਹਾ ਕੰਮ? ਬਹੁਤ ਵੱਡਾ ਸਵਾਲ ਹੈ। ਰੀਡਰ ਸਾਹਿਬ ਜਵਾਬ ਨਹੀਂ ਦੇ ਰਹੇ। ਹੁਣ ਸਾਈਨ ਰੀਡਰ ਸਾਹਿਬ ਦੇ ਹੋਏ ਨੇ। ਰੀਡਰ ਸਾਹਿਬ ਇਹਦੇ ਉੱਪਰ ਨੰਬਰ ਕਿਉਂ ਨਹੀਂ ਲੱਗਿਆ ਜੀ? ਇਹਦੇ ਉੱਪਰ ਪਰਵਾਨੇ ਦੇ ਉੱਪਰ ਡੀਐਸਪੀ ਸਾਹਿਬ ਨਾਲ ਗੱਲ ਕਰੋ ਸਰ। ਸਾਈਨ ਤੁਸੀਂ ਕੀਤੇ ਹੋਏ ਨਾ ਸਰ? ਸਰ ਡੀਐਸਪੀ ਸਾਹਿਬ ਜਵਾਬ ਦੇ ਦੇਣਗੇ। ਸਰ ਸਾਈਨ ਤੁਸੀਂ ਕੀਤੇ ਹੈ? ਸਰ ਮੈਂ ਡੀਐਸਪੀ ਸਾਹਿਬ ਦੇ ਆਰਡਰ ਤੇ ਹੀ ਕਰੇ ਜੀ। ਡੀਐਸਪੀ ਸਾਹਿਬ ਜਵਾਬ ਦੇ ਦੇਣਗੇ। ਤੁਸੀਂ ਨੰਬਰ ਕਿਉਂ ਨਹੀਂ ਲਾਇਆ? ਇਹਦੇ ਬਾਰੇ ਡੀਐਸਪੀ ਸਾਹਿਬ ਨੂੰ ਪੁੱਛੋ ਪਲੀਜ਼, ਮੈਨੂੰ ਕੰਮ ਕਰਨ ਦਿਓ। ਬੁਲਾਇਆ ਤੁਸੀਂ ਹੈ, ਫੋਨ ਤੁਸੀਂ ਕੀਤਾ ਹੈ, ਡੀਐਸਪੀ ਸਾਹਿਬ ਨੂੰ ਅਸੀਂ ਪੁੱਛ ਲਾਂਗੇ, ਅਲੱਗ ਤੋਂ ਪੁੱਛਾਂਗੇ, ਪਰ ਪਰਵਾਨਾ ਤੁਸੀਂ ਭੇਜਿਆ ਨਾ ਸਰ ਸਾਈਨ ਕਰਕੇ? ਮੈਨੂੰ ਪਾਰਟੀਆਂ ਨੂੰ ਸੁਣਨ ਦਿਓ, ਮੈਨੂੰ ਕੰਮ ਕਰਨ ਦਿਓ। ਪਾਰਟੀਆਂ ਨੂੰ? ਅੱਛਾ ਪਾਰਟੀ ਨੇ ਜਿਹੜਾ ਕੰਪਲੇਂਟ ਦਿੱਤੀ ਹੈ ਹਰਿੰਦਰ ਜੀ ਨੇ, ਜੋ ਲੀਜ਼ ਹੋਲਡਰ ਨੇ ਵਕਫ ਬੋਰਡ ਦੇ, ਤੇ ਤੁਸੀਂ ਉਹਨਾਂ ਦੀ ਪਰਮਿਸ਼ਨ ਦੇਖੀ ਹੈ ਉਹ ਸਾਰੀ ਵਾਲੀ? ਸਰ ਮੈਂ ਨਹੀਂ, ਮੇਰੇ ਕੋਲ ਕੋਈ ਅਥਾਰਟੀ ਨਹੀਂ। ਉਹ ਫਿਰ ਡੀਐਸਪੀ ਅਥਾਰਟੀ ਤੁਹਾਡੇ ਕੋਲ ਸਿਰਫ ਬੁਲਾਉਣ ਦੀ ਹੈ, ਜਿਹੜੇ ਪੀੜਤ ਉਹਨਾਂ ਨੂੰ ਬੁਲਾਉਣ ਦੀ ਹੈ, ਬਿਨਾਂ ਨੰਬਰ ਤੋਂ ਬੁਲਾਉਣ ਦੀ ਹੈ? ਮੇਰੇ ਕੋਲ ਐਵੇਂ ਦੇ ਨਹੀਂ ਹੈ। ਡੀਐਸਪੀ ਸਾਹਿਬ ਦੇ ਆਰਡਰ ਤੇ ਮੈਂ ਪਾਰਟੀਆਂ ਬੁਲਾਈਆਂ ਨੇ। ਇਹਦੇ ਰਿਗਾਰਡਿੰਗ ਤੁਸੀਂ ਕੋਈ ਵੀ ਕੁਐਸਚਨ ਕਰਨਾ ਡੀਐਸਪੀ ਸਾਹਿਬ ਨੂੰ ਕਰ ਲਓ ਜੀ। ਡੀਐਸਪੀ ਤੁਹਾਡੇ ਕੋਲ ਜਿਹੜੇ ਸ਼ਿਕਾਇਤਕਰਤਾ ਹੈਗੇ ਨੇ ਹਰਿੰਦਰ ਜੀ, ਜਿਨ੍ਹਾਂ ਨੇ ਲੀਜ਼ ਹੋਲਡਰ ਨੇ ਵਕਫ ਬੋਰਡ ਦੇ, ਉਹਨਾਂ ਨੇ ਕੋਈ ਬਲੈਕਮੇਲਿੰਗ ਦੀ ਆਡੀਓ ਵਗੈਰਾ ਦਿੱਤੀ ਹੈ? ਇਹਦੀ ਇਨਕੁਆਇਰੀ ਡੀਐਸਪੀ ਸਾਹਿਬ ਕਰ ਰਹੇ ਤੁਸੀਂ ਬੈਠੇ ਕਿਉਂ? ਤੁਸੀਂ ਫਿਰ ਫੋਨ ਕਰਨ ਨੂੰ ਬੈਠੇ ਹੋ ਬਸ? ਮੈਂ ਡੀਐਸਪੀ ਸਾਹਿਬ ਦੀ ਜਾਂ ਬਿਨਾਂ ਨੰਬਰ ਤੋਂ ਪਰਵਾਨੇ ਭੇਜਣ ਨੂੰ ਬੈਠੇ ਹੋ? ਸਾਹਿਬ ਦੀ ਹੈਲਪ ਲਈ ਹੈ। ਡੀਐਸਪੀ ਸਾਹਿਬ ਦੀ ਆਰਡਰ ਤੇ ਤੁਸੀਂ ਸਰ ਤੁਸੀਂ ਵੀ ਪਬਲਿਕ ਸਰਵੈਂਟ ਹੋ, ਤੁਸੀਂ ਮੁਲਾਜ਼ਮ ਹੋ, ਠੀਕ ਹੈ? ਤੁਸੀਂ ਅਸੀਂ ਆਏ, ਤੁਸੀਂ ਵੈਸੇ ਗੱਲ ਕਰਨ ਤੋਂ ਮਨਾ ਕਰਤਾ, ਕਹਿੰਦੇ ਤੁਸੀਂ ਆਪਣਾ ਲੈ ਕੇ ਆਓ ਪਹਿਲਾਂ ਤਾਮਝਾਮ। ਮੈਂ ਹੁਣ ਕੈਮਰਾ ਲਿਆ, ਤੁਸੀਂ ਹੁਣੀ ਬੋਲਿਆ ਸਰ? ਤੁਸੀਂ ਬੋਲਿਆ ਜੇ ਪੱਤਰਕਾਰ ਹੋ ਆਪਣਾ ਲੈ ਕੇ ਆਓ ਨਾਲ। ਮੈਂ ਵੈਸੇ ਮੈਂ ਪੁੱਛ ਰਿਹਾ ਜੀ, ਬਿਨਾਂ ਨੰਬਰ ਤੋਂ ਪਰਵਾਨੇ ਕਦੋਂ ਤੋਂ ਭੇਜ ਰਹੇ ਹੋ? ਕਿੰਨੇ ਜਣਿਆਂ ਨੂੰ ਭੇਜੇ? ਚਲੋ ਇਹ ਆਪਾਂ ਡਿਪਟੀ ਸਾਹਿਬ ਕੋਲ ਫਰਦ ਗਲਤ ਲਾਈ ਹੈ?
ਇਹ ਫਰਦਤਾ ਦਾ ਮਾਮਲਾ ਬਾਅਦ ਚ ਆ ਗਿਆ ਨਾ, ਬਲੈਕਮੇਲ ਕੀਤਾ ਪਹਿਲਾਂ, ਆਡੀਓ ਵਗੈਰਾ ਕਿੱਥੇ ਹੈ ਤੁਹਾਡੀ? ਕੋਈ ਕਾਗਜ਼ ਦਿਖਾਇਆ ਪੁਲਿਸ ਹੋਰ ਇੱਕ ਪਿੱਛੇ ਕੋਈ ਆਡੀਓ ਹੈਗੀ ਹੈ? ਨਾ ਜੀ ਬਿਲਕੁਲ ਸਾਨੂੰ ਦੱਸਣ ਜੀ, ਸਾਨੂੰ ਅਸੀਂ ਡੀਐਸਪੀ ਸਾਹਿਬ ਨੂੰ ਮਿਲਣਾ, ਹੁਣ ਡੀਐਸਪੀ ਸਾਹਿਬ ਦੱਸਣਗੇ ਵੀ ਆਡੀਓ। ਇਹ ਪੰਚਕੂਲੇ ਐਕਸਟੋਰਸ਼ਨ ਰਹਿ ਕੇ ਡਿਪਟੀ ਕਮਿਸ਼ਨਰ ਨੇ ਫੜਿਆ ਸੀ ਤੇ ਮੋਹਾਲੀ ਦੇ ਵਿੱਚ ਕਈ ਜਗ੍ਹਾ ਚੱਲ ਰਿਹਾ। ਇਹ ਚੱਕੋ ਜੀ ਆਪਣਾ ਪਰਵਾਨਾ, ਇਹ ਛੱਡੋ ਨਾ। ਤੇ ਮੋਹਾਲੀ ਵਿੱਚ ਕਈ ਜਗ੍ਹਾ ਚੱਲ ਰਿਹਾ। ਇਹਦਾ ਪਹਿਲਾ ਮਾਮਲਾ ਤੁਹਾਨੂੰ ਦੱਸ ਰਹੇ ਹਾਂ ਅਸੀਂ। ਇਦਾਂ ਦੇ ਹੋਰ ਕਈ ਮਾਮਲੇ ਨੇ, ਤੁਹਾਨੂੰ ਉਹ ਵੀ ਦੱਸਾਂਗੇ। ਫਿਲਹਾਲ ਡਿਪਟੀ ਸਾਹਿਬ ਕੋਲ ਚੱਲੇ ਨੇ, ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਮਿਲਣ ਦੀ, ਫਿਰ ਦੇਖਦੇ ਹਾਂ ਡਿਪਟੀ ਸਾਹਿਬ ਦਾ ਕੀ ਪੱਖ ਹੈ। ਤਾਂ ਦੇਖਿਆ ਤੁਸੀਂ, ਰੀਡਰ ਸਾਹਿਬ ਕਹਿੰਦੇ ਨੇ ਵੀ ਬਿਨਾਂ ਨੰਬਰ ਤੋਂ ਪਰਵਾਨਾ ਭੇਜਣ ਲਈ ਮਾਣਯੋਗ ਡੀਐਸਪੀ ਸਾਹਿਬ ਨੇ ਕਿਹਾ ਸੀ। ਹੁਣ ਡੀਐਸਪੀ ਸਾਹਿਬ ਦੇ ਨਾਲ ਵੀ ਸਾਡੀ ਉਸ ਤੋਂ ਬਾਅਦ ਮੁਲਾਕਾਤ ਹੋਈ ਤੇ ਡੀਐਸਪੀ ਸਾਹਿਬ ਦੇ ਸਾਹਮਣੇ ਰੀਡਰ ਸਾਹਿਬ ਆਪਣੀ ਗੱਲੋਂ ਹੀ ਮੁੱਕਰ ਗਏ। ਕਹਿੰਦੇ ਮੈਂ ਤਾਂ ਕਿਹਾ ਹੀ ਨਹੀਂ ਕਿਤੇ, ਮੈਨੂੰ ਦਿਖਾਓ ਤੁਸੀਂ ਕਿੱਥੇ ਰਿਕਾਰਡ ਕੀਤਾ ਹੈ। ਤਾਂ ਮੇਰੇ ਖਿਆਲ 'ਚ ਹੁਣ ਇਹ ਵੀਡੀਓ ਰੀਡਰ ਸਾਹਿਬ ਨੇ ਵੀ ਦੇਖ ਲਈ ਹੋਣੀ ਹੈ ਜਾਂ ਦੇਖ ਲੈਣਗੇ। ਰਿਪੀਟ ਕਰਕੇ ਦੇਖ ਲਿਓ ਰੀਡਰ ਸਾਹਿਬ, ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕੀ ਬੋਲਿਆ ਸੀ। ਹੁਣ ਜਿਹੜਾ ਇਹ ਬੰਦੇ ਬਾਹਰ ਕੁਝ ਹੋਰ ਕਹਿ ਰਹੇ ਨੇ ਤੇ ਡੀਐਸਪੀ ਸਾਹਿਬ ਦੇ ਸਾਹਮਣੇ ਜਾ ਕੇ ਕੁਝ ਹੋਰ ਕਹਿ ਰਹੇ ਨੇ, ਉਹ ਲੋਕਾਂ ਨਾਲ ਕਿੰਨਾ ਕੁ ਸੱਚ ਬੋਲਦੇ ਹੋਣਗੇ। ਖੈਰ ਇਹ ਰੱਬ ਜਾਣਦਾ ਹੈ, ਉਹ ਖੁਦ ਜਾਣਦੇ ਨੇ। ਪਰ ਸਵਾਲ ਬਹੁਤ ਵੱਡਾ ਹੈ ਕਿ ਬਿਨਾਂ ਨੰਬਰ ਤੋਂ ਪਰਵਾਨਾ ਇੱਕ ਬੰਦੇ ਨੂੰ ਹੀ ਭੇਜਿਆ ਗਿਆ ਸੀ ਜਾਂ ਇਹ ਇੱਕ ਐਸਾ ਨੈਕਸਸ ਹੈ ਜੋ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਹੈ। ਬੜਾ ਵੱਡਾ ਸਵਾਲ ਹੈ। ਖੈਰ ਹਰਜੀਤ ਜੀ ਦੇ ਖਿਲਾਫ ਕੰਪਲੇਂਟ ਸੀ ਤੇ ਜਿਹੜੇ ਸਵਰਾਜ ਨਗਰ ਦੇ ਐਮਸੀ ਨੇ ਰਜਿੰਦਰ ਨੰਬਰਦਾਰ ਜੀ, ਉਹਨਾਂ ਦੇ ਖਿਲਾਫ ਕੰਪਲੇਂਟ ਸੀ। ਹਰਜੀਤ ਜੀ ਕੰਪਲੇਂਟ ਕਹਿੰਦੇ ਹੋ ਗਈ ਹੈ, ਖਬਰ ਦਾ ਅਸਰ ਹੋ ਗਿਆ ਹੈ। ਅਸਰ ਹੋਇਆ ਕਿ ਮਾੜਾ ਅਸਰ ਹੋਇਆ? ਚਲੋ ਚੰਗਾ ਅਸਰ ਹੀ ਹੋਇਆ ਜੀ ਖਬਰ ਦਾ। ਤਾਂ ਜਿਹੜੀ ਸੀਗਾ ਉੱਥੇ ਜਿਹੜਾ ਕੰਮ ਸੀਗਾ ਚੱਲ ਰਹੀ ਸੀ ਨਜਾਇਜ਼ ਉਸਾਰੀ, ਉਹ ਤਾਂ ਰੋਕੀ ਗਈ ਨਾ। ਪਰ ਇਹਦੇ ਲਈ ਇਹ ਹੁੰਦਾ, ਚੰਗਾ ਕਰਨ ਲਈ ਕੁਝ ਮਾੜਾ ਇਫੈਕਟ ਤਾਂ ਹੁੰਦਾ ਹੀ ਹੁੰਦਾ ਹੈ। ਕਿਸੇ ਨਾ ਕਿਸੇ ਨੂੰ ਤਾਂ ਜੋ ਹੈਗਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਜਾਂ ਕਿਸੇ ਨਾ ਕਿਸੇ ਦੀ ਬਲੀ ਤਾਂ ਦਿੱਤੀ ਹੋ ਜਾਂਦੀ ਹੈ। ਪਰ ਇਹ ਹੁੰਦਾ ਵੀ ਚਲੋ ਜੋ ਹੈਗਾ ਇਹਨਾਂ ਨੇ ਸਾਡੇ ਖਿਲਾਫ ਕੰਪਲੇਂਟ ਦਿੱਤੀ ਹੈ ਤੇ ਮਾਨਯੋਗ ਐਸਡੀਐਮ ਸਾਹਿਬ ਨੂੰ ਦਿੱਤੀ। ਐਸਡੀਐਮ ਸਾਹਿਬ ਨੇ ਮਾਨਯੋਗ ਡੀਐਸਪੀ ਸਾਹਿਬ ਨੂੰ ਮਾਰਕ ਕਰ ਦਿੱਤੀ। ਪਰ ਇੱਥੇ ਇੱਕ ਚੰਗੀ ਗੱਲ ਇਹ ਹੋਈ ਆ, ਅੱਗੇ ਸਾਡੇ ਖਿਲਾਫ ਕੰਪਲੇਂਟ ਨਹੀਂ ਸੀ ਹੁੰਦੀ ਕਦੀ ਵੀ। ਸਾਨੂੰ ਸਿੱਧਾ ਚੱਕ ਕੇ ਪਰਚਾ ਦੇ ਕੇ ਸਾਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੀ। ਪਰ ਅਸੀਂ ਇੰਨਾ ਕਿ ਸਰਕਾਰ ਦਾ ਪ੍ਰੈਸ਼ਰ ਲਾ ਲਓ ਜਾਂ ਡੀਐਸਪੀ ਸਾਹਿਬ ਦੇ, ਅਸੀਂ ਫਿਰ ਵੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ, ਸੱਦਿਆ ਤੇ ਸਾਡਾ ਪੱਖ ਲੈਣ ਲਈ ਸਾਨੂੰ ਸੱਦਿਆ। ਨਹੀਂ ਤਾਂ ਜੇ ਕੋਈ ਹੋਰ ਹੁੰਦਾ ਜਾਂ ਪੁਰਾਣੀ ਸਰਕਾਰ ਹੁੰਦੀ, ਕਾਂਗਰਸ ਦੀ ਜਾਂ ਅਕਾਲੀ ਦਲ ਦੀ ਸਰਕਾਰ, ਆਵਾਜ਼ ਚੁੱਕਣ ਵਾਲੇ ਬੰਦੇ ਨੂੰ ਹਮੇਸ਼ਾ ਚੱਕ ਕੇ ਉਹ 'ਤੇ ਪਰਚਾ ਦੇ ਕੇ ਉਹਨੂੰ ਜੇਲ੍ਹ 'ਚ ਸੁੱਟ ਕੇ ਹੀ ਗੱਲ ਕੀਤੀ ਜਾਂਦੀ ਸੀ। ਹਾਂ ਮਤਲਬ ਇਸੀ ਕੁਰਸੀ ਤੇ ਬੈਠਣ ਵਾਲੇ ਪਹਿਲਾਂ ਉਹਨਾਂ ਦਾ ਤਰੀਕਾ ਕੁਝ ਹੋਰ ਸੀ ਕੰਮ ਕਰਨ ਦਾ। ਬਿਲਕੁਲ, ਪਹਿਲਾਂ ਤਰੀਕਾ ਹੋਰ ਸੀ। ਪਰ ਚਲੋ ਇੰਨਾ ਕੁ ਹੁਣ ਸ਼ਾਇਦ ਸਰਕਾਰ ਦਾ ਹੀ ਇਹ ਅਸਰ ਹੈਗਾ। ਮੇਰੇ ਖਿਆਲ 'ਚ ਬੜੇ ਘੱਟ ਮੌਕੇ ਹੁੰਦੇ ਨੇ ਜਦੋਂ ਕਿਸੇ ਦੇ ਖਿਲਾਫ ਨਾ ਪੁਲਿਸ ਦਰਖਾਸਤ ਗਈ ਹੋਵੇ ਤੇ ਬੰਦਾ ਖੁਸ਼ ਹੋ ਰਿਹਾ ਹੋਵੇ। ਹੁਣ ਤੁਸੀਂ ਦੇਖੋ ਬੜੇ ਖੁਸ਼ ਨੇ ਬਈ ਘੱਟੋ ਘੱਟ ਜਿਹੜਾ ਕਾਂਗਰਸ ਵੇਲੇ ਹੁੰਦਾ ਸੀ ਬਈ ਬਿਨਾਂ ਤੱਥ ਦੇਖੇ, ਬਿਨਾਂ ਕੁਝ ਪੁੱਛੇ ਸਿੱਧਾ ਹੀ ਚੱਕਿਆ ਤੇ ਰਿਮਾਂਡ ਲੈ ਲਿਆ। ਘੱਟੋ ਘੱਟ ਉਹ ਤਾਂ ਕੰਮ ਨਹੀਂ ਕੀਤਾ, ਇੰਨੀ ਕੁ ਤਸੱਲੀ ਹੈਗੀ ਹੈ। ਅੱਛਾ, ਇਲਜ਼ਾਮ ਕੀ ਲਾਇਆ ਤੁਹਾਡੇ ਤੇ? ਇਲਜ਼ਾਮ ਇਹਨਾਂ ਨੇ ਇਹ ਲਗਾਇਆ ਬਾਈ ਜੀ ਕਿ ਅਸੀਂ ਇਹਨਾਂ ਦੀ ਉਸਾਰੀ ਦਾ ਕੰਮ ਰੋਕਿਆ ਹੈ, ਜਦੋਂ ਕਿ ਸਾਡੇ ਵੱਲੋਂ ਇਹਨਾਂ ਦੀ ਉਸਾਰੀ ਦਾ ਕੰਮ ਨਹੀਂ ਰੋਕਿਆ। ਉਹ ਤਾਂ ਐਸਡੀਐਮ ਸਾਹਿਬ ਨੇ ਸਾਡੀ ਖਬਰ ਸਾਫ਼ ਕੀਤਾ ਹੈ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ ਤੇ ਅਸੀਂ ਲਿਖ ਕੇ ਭੇਜਿਆ ਹੈ ਤੇ ਉਹ ਕੰਮ ਰੁਕਿਆ ਹੈ। ਹਾਂਜੀ ਹਾਂਜੀ, ਆਹ ਦੇਖੋ ਬਾਈ ਜੀ 100 ਦੇ ਕਰੀਬ ਜਿਹੜੇ ਹੈਗੇ ਨੇ ਉੱਥੇ ਮੁਹੱਲਾ ਨਿਵਾਸੀ ਹੈ ਹਨਾ, ਇਹਨਾਂ ਵੱਲੋਂ ਦਰਖਾਸਤ ਦਿੱਤੀ ਗਈ ਹੈ ਤੇ ਉਹਦੇ ਵਿੱਚ ਸਾਰਾ ਜਿਹੜੀ ਮੁਸਲਿਮ ਕਮਿਊਨਿਟੀ ਹੈ, ਜਿਹੜਾ ਮੁਸਲਿਮ ਸਮਾਜ ਹੈ, ਸਾਡਾ ਭਾਈਚਾਰਾ, ਉਹਨਾਂ ਵੱਲੋਂ ਵੀ ਦਰਖਾਸਤ ਦਿੱਤੀ ਗਈ ਹੈ। ਤੇ ਇਸ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਤੇ ਜੋ ਮੀਡੀਆ ਦੇ ਵਿੱਚ ਖਬਰਾਂ ਚੱਲੀਆਂ, ਠੀਕ ਆ, ਤੁਹਾਡੇ ਚੈਨਲ ਤੇ ਵੀ ਚੱਲੀ, ਉਸ ਦਾ ਅਸਰ ਹੋਇਆ ਕਿ ਪ੍ਰਸ਼ਾਸਨ ਵੱਲੋਂ ਇਹਨਾਂ ਦਾ ਜਿਹੜਾ ਕੰਮ ਸੀ ਉਹ ਰੁਕਵਾ ਦਿੱਤਾ ਗਿਆ। ਤੇ ਹੁਣ ਇਹ ਉਲਟਾ ਸਾਡੇ ਖਿਲਾਫ ਕੰਪਲੇਂਟ ਦੇ ਰਹੇ ਆ ਮਾਨਯੋਗ ਐਸਡੀਐਮ ਸਾਹਿਬ ਨੂੰ ਕਿ ਸਾਡੇ ਵੱਲੋਂ ਇਹਨਾਂ ਦਾ ਕੰਮ ਰੁਕਵਾਇਆ ਗਿਆ, ਜਦੋਂ ਕਿ ਕੰਮ ਤਾਂ ਪ੍ਰਸ਼ਾਸਨ ਨੇ ਰੁਕਵਾਇਆ। ਐਸਡੀਐਮ ਸਾਹਿਬ ਕਲੀਅਰ ਵੀ ਕਰ ਰਹੇ ਆ ਇਸ ਗੱਲ ਨੂੰ। ਦੂਜੀ ਗੱਲ ਇਹ ਕਹਿ ਰਹੇ ਆ ਕਿ ਅਸੀਂ ਇਹਨਾਂ ਨੂੰ ਧਮਕੀਆਂ ਮਾਰਦੇ ਹਾਂ। ਨਹੀਂ, ਕੱਲੀਆਂ ਧਮਕੀਆਂ ਮਾਰਦੇ, ਮੇਰੇ ਖਿਆਲ 'ਚ ਕੰਪਲੇਂਟ 'ਚ ਲਿਖਿਆ ਕਿ ਫੋਨ ਕਰਕੇ ਧਮਕੀਆਂ ਦਿੰਦੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਪਰ ਅਸੀਂ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਨਾਲ ਇਹਨਾਂ ਦੀ ਕਦੀ ਫੋਨ ਤੇ ਗੱਲ ਹੀ ਨਹੀਂ ਹੋਈ ਅੱਜ ਤੱਕ। ਨਾ ਅਸੀਂ ਕਦੀ ਮਿਲੇ ਆ, ਨਾ ਕਦੀ ਆਮੋ ਸਾਹਮਣੇ ਹੋਏ, ਨਾ ਕੋਈ WhatsApp ਤੇ ਗੱਲ ਹੋਈ। ਜੇ ਉਹਨਾਂ ਨੇ ਕੋਈ ਰਿਕਾਰਡਿੰਗ ਪੇਸ਼ ਕਰਤੀ ਅਸੀਂ ਤਾਂ ਉਹ ਵੀ ਚਲਾਵਾਂਗੇ ਫਿਰ। ਬਿਲਕੁਲ ਜੀ, ਅਸੀਂ ਤਿਆਰ ਹਾਂ ਕਰਨ ਪੇਸ਼। ਅਸੀਂ ਤਾਂ ਕਹਿੰਦੇ, ਪਰ ਅਸੀਂ ਇਹ ਵੀ ਕਹਿੰਦੇ ਨਾਲ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਹਨਾਂ ਤੇ 182 ਦਾ ਪਰਚਾ ਵੀ ਦਰਜ ਕਰੇ, ਕਲੰਦਰਾ ਦਰਜ ਕਰੇ। ਜੋ ਇਹਨਾਂ ਨੇ ਸਾਡੇ ਖਿਲਾਫ ਝੂਠੀ ਕੰਪਲੇਂਟ ਦਿੱਤੀ, ਸਾਡਾ ਅਕਸ਼ ਖਰਾਬ ਕਰਨ ਲਈ ਜੋ ਇਹਨਾਂ ਨੇ ਕੰਪਲੇਂਟ ਦਿੱਤੀ ਹੈ, ਇਹ ਸਾਡੇ ਨਾਲ ਪਹਿਲੀ ਵਾਰ ਨਹੀਂ ਹੋਇਆ ਜੀ। ਸਾਡੇ ਨਾਲ ਪਹਿਲਾਂ ਵੀ ਇਦਾਂ ਹੋ ਚੁੱਕਿਆ। ਇਦਾਂ ਹੀ ਅਸੀਂ ਜਿਹੜਾ ਇੱਥੇ ਸੀਗਾ ਸ਼ਹਿਰ 'ਚ ਜਿਹੜੇ ਨਜਾਇਜ਼ ਕੰਮ ਚੱਲ ਰਹੇ ਸੀ ਕਿਸੇ ਬਿਲਡਰ ਦੇ, ਅਸੀਂ ਬੜੇ ਉਜਾਗਰ ਕੀਤੇ। ਮੁੜ ਕੇ ਸਾਨੂੰ ਚੱਕ ਕੇ ਸਾਡੇ ਤੇ ਪਰਚਾ ਦੇ ਦਿੱਤਾ ਗਿਆ। ਉੱਥੇ ਵੀ ਕਿਹਾ ਗਿਆ ਬਲੈਕਮੇਲਿੰਗ ਕਰਦੇ ਆ ਜੀ, ਫਰੌਤੀਆਂ ਮੰਗਦੇ ਆ, ਐਕਸਟੋਰਸ਼ਨ। ਪਰ ਅੱਜ ਤੱਕ ਉਹ ਜਿਹੜਾ ਪਰਚਾ ਸੀਗਾ ਉਹਦਾ ਚਲਾਨ ਵੀ ਪੇਸ਼ ਨਹੀਂ ਹੋਇਆ ਤੇ ਪੁਲਿਸ ਵੱਲੋਂ ਅੱਜ ਤੱਕ ਨਾ ਉਸ ਬਿਲਡਰ ਵੱਲੋਂ ਜਿਹੜਾ ਉਹ ਕਹਿੰਦਾ ਸੀ ਮੇਰੇ ਤੋਂ ਫਰੌਤੀਆਂ ਮੰਗਦੇ, ਉਹਦੀ ਵੀਡੀਓ ਆਡੀਓ ਕੁਝ ਵੀ ਕੋਰਟ 'ਚ ਪੇਸ਼ ਨਹੀਂ ਕੀਤੀ ਜਾਈ। ਤਕਰੀਬਨ ਸਾਲ ਤੋਂ ਉੱਤੇ ਹੋ ਗਿਆ ਮੇਰੇ ਖਿਆਲ। ਹਾਂਜੀ, 1.5 ਸਾਲ ਹੋ ਗਿਆ ਜੀ, 1.5 ਸਾਲ ਤੋਂ ਉੱਤੇ ਹੋ ਗਿਆ। ਹਾਂਜੀ, 1.5 ਸਾਲ ਹੋ ਗਿਆ। ਚਲੋ ਖੈਰ ਇਸ ਵਾਰ ਇਹ ਬਦਲਾਅ ਆ ਗਿਆ ਕਿਉਂਕਿ ਉਹ ਜਦੋਂ ਪਹਿਲਾਂ ਝੂਠੀ ਕੰਪਲੇਂਟ ਜੋ ਇਹ ਕਹਿ ਰਹੇ ਨੇ ਦਿੱਤੀ ਗਈ ਸੀ ਉਸ ਬਿਲਡਰ ਵੱਲੋਂ, ਉਦੋਂ ਕਾਂਗਰਸ ਸਰਕਾਰ ਸੀ, ਉਹ ਚੁੱਕਿਆ ਗਿਆ, ਰਿਮਾਂਡ ਵੀ ਲੈ ਲਿਆ ਤੇ ਅੱਜ ਤੱਕ ਜਿਹੜੇ ਆਧਾਰ ਤੇ ਕੰਪਲੇਂਟ ਹੋਈ ਸੀ ਉਹ ਆਧਾਰ ਨਾ ਤਾਂ ਪੁਲਿਸ ਨੂੰ ਲੱਭਿਆ ਹੈ ਤੇ ਨਾ ਹੀ ਸ਼ਿਕਾਇਤ ਕਰਨ ਵਾਲੇ ਨੇ ਹੁਣ ਤੱਕ ਪੁਲਿਸ ਨੂੰ ਮੁਹੱਈਆ ਕਰਾਇਆ, ਕੋਰਟ ਵਿੱਚ ਵੀ ਦਿੱਤਾ ਨਹੀਂ ਗਿਆ। ਖੈਰ ਐਮਸੀ ਸਾਹਿਬ ਕੋਲ ਪੁੱਛਾਂਗੇ, ਕਹਿੰਦੇ ਤੁਸੀਂ ਉਹਨਾਂ ਨੂੰ ਕੰਮ ਰੋਕਣ ਲਈ ਕਿਹਾ?
ਨਹੀਂ ਜੀ, ਅਸੀਂ ਪ੍ਰਸ਼ਾਸਨ ਨੂੰ ਤਲਾਹ ਦਿੱਤੀ, ਪ੍ਰਸ਼ਾਸਨ ਨੇ ਕੰਮ ਰਕਾਤਾ। ਉਹਦੇ ਲਈ ਅਸੀਂ ਧੰਨਵਾਦੀ ਹਾਂ ਪ੍ਰਸ਼ਾਸਨ ਦੇ ਵੀ ਉਹਨਾਂ ਕੰਮ ਰਕਾਤਾ। ਸਾਡੀ ਕਦੀ ਉਹਨਾਂ ਨਾਲ ਗੱਲ ਹੀ ਨਹੀਂ ਹੋਈ ਇਸ ਟੌਪਿਕ ਤੇ ਬੰਦ ਕਰੋ ਕੰਮ ਜਾਂ ਅਸੀਂ ਦਾਬਾ ਮਾਰਿਆ ਹੋਵੇ। ਬਿਲਕੁਲ ਬੇਬੁਨਿਆਦ। ਮਤਲਬ ਜੇ ਉਹ ਤੱਥ ਦੇ ਦੇਣਗੇ, ਜੇ ਕੁਝ ਹੈਗਾ ਤੇ ਉਹ ਪੇਸ਼ ਕਰ ਦੇਣ, ਤੇ ਅਸੀਂ ਤਾਂ, ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਉਹ ਵੀ ਚਲਾਉਂਗਾ। ਬਿਲਕੁਲ ਚਲਾਓ ਜੀ। ਅਸੀਂ ਡੀਐਸਪੀ ਸਾਹਿਬ ਨੂੰ ਇਹੀ ਕਿਹਾ ਵੀ ਕੋਈ ਸਬੂਤ ਹੈਗਾ ਤਾਂ ਪੇਸ਼ ਕਰੋ, ਕੋਈ ਰਿਕਾਰਡਿੰਗ ਹੈ, ਕੋਈ ਕਿਸੇ ਕੋਈ ਵੀ ਹੋਵੇ। ਉਹਨਾਂ ਦੀ ਦਰਖਾਸਤ ਦੇ ਨਾਲ ਕੋਈ ਪ੍ਰੂਫ ਹੀ ਹੈ ਨਹੀਂ, ਸਿਰਫ ਆਈਡੀ ਪ੍ਰੂਫ ਲੱਗੇ, ਇੱਕ ਫਰਦ ਦੀ ਕਾਪੀ ਹੈ ਬਸ। ਆਹ ਚੀਜ਼ਾਂ, ਇੱਕ ਜਿਹੜੀ ਖਬਰ ਲਾਈ ਸੀ ਉਹ ਨਿਊਜ਼ਪੇਪਰ ਦੀ ਖਬਰ ਲਾਈ ਹੋਈ, ਹੋਰ ਕੋਈ ਕੱਖ ਹੀ ਨਹੀਂ। ਬਿਲਕੁਲ ਬੇਬੁਨਿਆਦ ਝੂਠੀ ਦਰਖਾਸਤ ਦਿੱਤੀ ਤਾਂ ਕਿ ਸਾਡੀ ਆਵਾਜ਼ ਨੂੰ ਦਬਾਇਆ ਜਾਵੇ। ਦੱਬੇਗੀ ਆਵਾਜ਼? ਬਿਲਕੁਲ ਨਹੀਂ ਜੀ। ਮੈਂ ਦੇਖੋ ਆਪਦੇ ਵਾਰਡ ਵਾਸੀਆਂ ਦੇ ਨਾਲ ਖੜਾ, ਜਿਨ੍ਹਾਂ ਨੇ ਮੈਨੂੰ ਆਪਦਾ ਨੁਮਾਇੰਦਾ ਬਣਾਇਆ। ਮੈਂ ਕਿਉਂ ਤੁਸੀਂ ਉਹਨਾਂ ਦੇ ਨਾਲ ਨਹੀਂ ਖੜੇ, ਅੱਜ ਉਹ ਵੀ ਤੁਹਾਡੇ ਨਾਲ ਖੜੇ ਨੇ। ਖੜੇ ਆ, ਬਿਲਕੁਲ ਜੀ, ਮੇਰੇ ਨਾਲ ਖੜੇ ਆ। ਉਹਨਾਂ ਨੂੰ ਇੱਕ ਇੱਕ ਗੱਲ ਦਾ ਪਤਾ, ਸਭ ਪਤਾ ਵੀ ਕੀ ਸਾਡਾ ਨੁਮਾਇੰਦਾ ਕਿਹੋ ਜਿਹਾ ਨਹੀਂ, ਸਭ ਪਤਾ ਉਹਨਾਂ ਨੂੰ। ਇਹ ਜੋ ਮਰਜ਼ੀ ਕਹੀ ਜਾਣ। ਦੇਖੋ ਗੱਲ ਇਹ ਆ ਵੀ ਹੁਣ ਪਹਿਲਾਂ ਚੋਈਆਂ ਵੀ ਖਾ ਗਏ, ਛੱਪੜ ਵੀ ਖਾ ਗਏ, ਹੁਣ ਇਹ ਕਬਰਸਤਾਨ, ਸ਼ਮਸ਼ਾਨ ਘਾਟ, ਗੁਰਦੁਆਰੇ, ਮੰਦਿਰ, ਮਸੀਤਾਂ ਇਹਨਾਂ ਨਾਲ ਹੋ ਗਏ ਆ। ਇਹ ਬਿਲਡਰ ਵੇਖੋ ਕਿੰਨੇ ਹੈਵੀ ਹੈ। ਔਰ ਇੱਕ ਕਹਾਵਤ ਹੈ, ਉਹ ਢੁਕਦੀ ਹੈ ਵੀ ਉਲਟਾ ਚੋਰ ਕੋਤਵਾਲ ਕੋ ਡਾਂਟੇ। ਉਹ ਸਾਨੂੰ ਹੀ ਡਾਂਟ ਰਹੇ ਆ, ਆਪਦੀ ਚੋਰੀ ਲੁਕਾਉਣ ਲਈ ਸਾਨੂੰ ਡਾਂਟ ਰਹੇ ਆ ਵੀ ਤੁਸੀਂ ਚੁੱਪ ਕਰ ਜਾਓ, ਅਸੀਂ ਤੁਹਾਡੇ ਤੇ ਪ੍ਰੈਸ਼ਰ ਪਾ ਕੇ ਤੁਹਾਡੀ ਜ਼ੁਬਾਨ ਬੰਦ ਕਰ ਦਾਂਗੇ। ਡਾਕਟਰ ਸਾਹਿਬ ਨੇ ਨਾ ਕੱਲ ਮੈਨੂੰ ਇੱਕ ਗੱਲ ਕਹੀ ਸੀ, ਕਹਿੰਦੇ ਇੱਕ ਤਾਂ ਚੋਰ ਤੇ ਉੱਤੇ ਚਤਰਾਈਆਂ। ਸਾਡੇ ਨਾਲ ਡਾਕਟਰ ਆਜ਼ਾਦ ਜੀ ਮੌਜੂਦ ਨੇ, ਪੰਜਾਬ ਅਗੇਂਸਟ ਕਰਪਸ਼ਨ ਦੇ ਜਨਰਲ ਸੈਕਟਰੀ ਨੇ। ਗੱਲਬਾਤ ਕਰਾਂਗੇ। ਸਰ, ਕਰਪਸ਼ਨ ਮੁੱਕੇਗੀ ਜਾਂ ਨਹੀਂ? ਦੇਖੋ ਜੀ, ਜਿਸ ਤਰੀਕੇ ਨਾਲ ਚੱਲ ਰਿਹਾ, ਇਹ ਚੱਲੇ ਕਰਪਸ਼ਨ ਦੇ ਸਿਰ ਦੇ ਉੱਪਰ ਰਿਹਾ ਸਿਸਟਮ। ਇੱਕ ਇਰਫਾਨ ਖਾਨ ਦੀ ਮੂਵੀ ਆਈ ਸੀ ਮਦਾਰੀ, ਉਹਦੇ ਵਿੱਚ ਕਹਿੰਦੇ ਕੀ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਕਰਪਸ਼ਨ ਰੁਕ ਜੇਗੀ? ਉਹ ਕਹਿੰਦਾ ਜੀ ਕਰਪਸ਼ਨ ਬੇਸਿਕਲੀ ਵੀ ਸਰਕਾਰ ਕਰਪਸ਼ਨ ਨੂੰ ਰੋਕ ਦੇਗੀ। ਉਹ ਕਹਿੰਦੇ ਜੀ ਸਰਕਾਰ ਕਰਪਸ਼ਨ ਨੂੰ ਕੀ ਰੋਕੇਗੀ? ਸਰਕਾਰ ਨੂੰ ਚਲਾ ਹੀ ਕਰਪਸ਼ਨ ਰਹੀ ਆ। ਇਹ ਇੱਥੇ ਵੀ ਉਹ ਗੱਲ ਢੁਕਦੀ ਆ। ਵੱਡੇ ਵੱਡੇ ਫੰਡ ਲੈ ਕੇ ਜਿਹੜੀਆਂ ਪਾਰਟੀਆਂ ਸੱਤਾ ਦੇ ਵਿੱਚ ਆਉਂਦੀਆਂ ਨੇ, ਫਿਰ ਉਹਨਾਂ ਨੂੰ ਵਾਪਸ ਉਹ ਪੈਸੇ ਮੋੜਦੀਆਂ ਨੇ, ਉਹ ਕਰਪਸ਼ਨ ਦੇ ਰਾਹੀਂ ਜਾਂਦਾ। ਪਰ ਇਸ ਵਾਰੀ ਚੇਂਜ ਹੋਇਆ, ਨਵੀਂ ਸਰਕਾਰ ਆਈ ਆ ਤੇ ਨਵੇਂ ਵਾਅਦੇ ਲੈ ਕੇ ਆਏ ਆ, ਬਹੁਤ ਕੁਝ ਕਰ ਵੀ ਰਹੀ ਆ। ਕਰਪਸ਼ਨ ਦੇ ਉੱਪਰ ਨੱਥ ਵੀ ਪਾਈ ਜਾ ਰਹੀ ਆ। ਬਹੁਤ ਸਾਰੇ ਲੋਕ, ਪਟਵਾਰੀ, ਤਹਿਸੀਲਦਾਰ ਅੰਦਰ ਵੀ ਕੀਤੇ ਆ, ਚੰਗੀ ਗੱਲ ਆ। ਪਰ ਇਸ ਕੇਸ ਨੂੰ ਦੇਖ ਕੇ ਲੱਗਦਾ, ਇਸ ਕੇਸ ਨੂੰ ਦੇਖ ਕੇ ਲੱਗਦਾ ਕੁਝ ਰਹਿ ਗਈ ਹਲੇ ਬਾਹਰ। ਇਸ ਕੇਸ ਨੂੰ ਦੇਖ ਕੇ ਲੱਗਦਾ ਵੀ ਉਹ ਜਿਹੜਾ ਕੁਝ ਦਿਖਾਇਆ ਜਾ ਰਿਹਾ, ਉਹ ਸਿਰਫ ਉੱਪਰੋਂ ਇਹ ਦਿਖਾਇਆ ਜਾ ਰਿਹਾ, ਅੰਦਰ ਬਹੁਤ ਕੁਝ ਇਸ ਤਰ੍ਹਾਂ ਹੀ ਚੱਲ ਰਿਹਾ, ਜਿੱਥੇ ਜਿਹੜਾ ਸਰਕਾਰ ਨੂੰ ਹੋਰ ਦੇਖਣਾ ਪਏਗਾ ਵੀ ਕਿੱਥੇ ਕਿੱਥੇ ਕੀ ਚੱਲ ਰਿਹਾ। ਕਿਉਂਕਿ ਹੋ ਸਕਦਾ ਸਰਕਾਰ ਦੀ ਨੀਅਤ ਚੰਗੀ ਹੋਵੇ, ਲੇਕਿਨ ਜਦੋਂ ਅਫਸਰ ਇਹੋ ਜਿਹੇ ਬੈਠੇ ਹੋਣਗੇ ਤਾਂ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਹੈਗੀਆਂ ਨੇ ਉਹਨਾਂ ਨੂੰ ਉਹ ਮਿੱਟੀ ਕਰ ਦੇਣਗੇ ਤੇ ਨਹੀਂ ਕੁਝ ਹੋਏਗਾ। ਤੇ ਡਾਕਟਰ ਸਾਹਿਬ, ਤੁਸੀਂ ਕਦੇ ਆਪਣੀ ਜ਼ਿੰਦਗੀ 'ਚ ਦੇਖਿਆ ਬਿਨਾਂ ਨੰਬਰ ਲੱਗੇ ਹੋਏ ਪਰਵਾਨਾ ਦੇਖਿਆ ਕਦੇ? ਦੇਖੋ ਜੀ, ਇਹ ਜਿਹੜਾ ਬਿਨਾਂ ਨੰਬਰ ਦੇ ਪਰਵਾਨੇ ਵਾਲੀ ਗੱਲ ਹੈ, ਪਹਿਲਾਂ ਤਾਂ ਮੈਨੂੰ ਮੈਂ ਤੁਹਾਨੂੰ ਦਿਖਾ ਦਈਏ, ਪਹਿਲਾਂ ਦਰਸ਼ਕਾਂ ਨੂੰ ਵੀ ਦਿਖਾ ਦਈਏ। ਬਿਨਾਂ ਨੰਬਰ ਤੋਂ ਪਰਵਾਨਾ ਇਦਾਂ ਦਾ ਹੁੰਦਾ ਹੈ ਜੀ। ਰੀਡਰ ਸਾਹਿਬ ਦੇ ਤਸਦੀਕ ਕੀਤੇ ਇਹ ਪਰਵਾਨਾ ਹੈ ਤੇ ਨੰਬਰ ਹੈ ਹੀ ਨਹੀਂ। ਰੀਡਰ ਸਾਹਿਬ ਨੇ ਤਾਂ ਸਾਨੂੰ ਇਹ ਕਿਹਾ ਸੀ ਕਿ ਡੀਐਸਪੀ ਸਾਹਿਬ ਦੇ ਹੁਕਮਾਂ ਦੇ ਨਾਲ ਬਿਨਾਂ ਨੰਬਰ ਤੋਂ ਭੇਜਿਆ ਗਿਆ ਹੈ, ਪਰ ਡੀਐਸਪੀ ਸਾਹਿਬ ਸਾਹਮਣੇ ਜਾ ਕੇ ਖੁਦ ਰੀਡਰ ਸਾਹਿਬ ਹੀ ਮੁੱਕਰ ਗਏ। ਤੇ ਲੇਕਿਨ ਡੀਐਸਪੀ ਸਾਹਿਬ ਨੇ ਚਲੋ ਇਹ ਗੱਲ ਜ਼ਰੂਰ ਮੰਨੀ ਵੀ ਟੈਕਨੀਕਲ ਮਿਸਟੇਕ ਹੋ ਸਕਦੀ ਹੈ। ਪਰ ਡਾਕਟਰ ਸਾਹਿਬ, ਇੱਦਾਂ ਦੀਆਂ ਟੈਕਨੀਕਲ ਮਿਸਟੇਕਸ ਹੁਣ ਤੱਕ ਕਿੰਨੀਆਂ ਖੋਈਆਂ ਹੋਣਗੀਆਂ, ਅੰਦਾਜ਼ਾ ਲਾਇਆ ਜਾ ਸਕਦਾ? ਦੇਖੋ, ਪਹਿਲੇ ਨੰਬਰ ਦੇ ਉੱਪਰ ਜਦੋਂ ਅਫਸਰ ਭਰਤੀ ਹੁੰਦਾ ਤਾਂ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਵੀ ਅਸੀਂ ਪ੍ਰੋਸੀਜਰ ਦੇ ਨਾਲ ਕਿੱਦਾਂ ਚਲਾਉਣਾ, ਕਿੱਦਾਂ ਟਰਾਂਸਪੇਰੈਂਸੀ, ਡਿਸਪੈਚ ਦੀ ਲੱਗਣੇ ਨੇ, ਉਹ ਸਿਖਾਇਆ ਜਾਂਦਾ। ਇੱਕ ਟ੍ਰੇਨਿੰਗ ਉਹ ਲੈ ਕੇ ਆਉਂਦੇ ਨੇ ਤੇ ਚੇਅਰ ਦੇ ਉੱਪਰ ਬੈਠਦੇ ਨੇ ਤੇ ਉਹ ਉਹਨਾਂ ਨੇ ਮੇਨਟੇਨ ਕਰਨਾ ਹੁੰਦਾ। ਪਰ ਮੈਨੂੰ ਲੱਗਦਾ ਉਹ ਟ੍ਰੇਨਿੰਗ ਤਾਂ ਜਿਹੜੀ ਉੱਥੋਂ ਲੈ ਕੇ ਆਉਂਦੇ ਆ, ਉਹ ਸ਼ਾਇਦ ਉੱਥੇ ਹੀ ਰਹਿ ਜਾਂਦੀ ਹੋਏਗੀ। ਜਿਹੜੀ ਦੂਸਰੀ ਵਾਲਾ ਟ੍ਰੇਨਿੰਗ ਹੈਗੀ ਆ, ਉਹ ਜ਼ਰੂਰ ਲੈ ਆਉਂਦੇ ਨੇ ਵੀ ਬਿਨਾਂ ਨੰਬਰ ਦੇ ਇੱਦਾਂ ਪਰਵਾਨੇ ਜਾਰੀ ਕਰਨੇ ਨੇ, ਬੰਦੇ ਨੂੰ ਬਾਹਰ ਦੀ ਬਾਹਰ ਬੁਲਾਓ, ਕੋਈ ਦਫ਼ਤਰ ਦੇ ਵਿੱਚ ਰਿਕਾਰਡ ਵੀ ਨਹੀਂ ਹੈਗਾ ਉਹਦਾ, ਤੇ ਬਾਹਰ ਦੀ ਬਾਹਰ ਉਹਦਾ ਨਿਬੇੜ ਦਿਓ। ਇਹ ਮੈਂ ਤਾਂ ਕਹਾਂਗਾ ਇਹ ਮੋਡਸ ਆਪਰੈਂਡੀ ਆ ਇੱਕ ਇਹਨਾਂ ਦਾ ਤਰੀਕਾ ਕੰਮ ਕਰਨ ਦਾ। ਵੀ ਐਪਲੀਕੇਸ਼ਨ ਵੀ ਬਾਹਰ ਲਈ, ਉਹਦੇ ਤੇ ਵੀ ਕੋਈ ਨੰਬਰ ਨਹੀਂ ਲੱਗਿਆ। ਜਿਹੜੀ ਅੱਗੇ ਨੋਟਸ ਭੇਜਿਆ ਉਹ 'ਤੇ ਵੀ ਕੋਈ ਨੰਬਰ ਨਹੀਂ ਲੱਗਿਆ। ਜਦੋਂ ਦੋਏ ਇਕੱਠੇ ਹੋ ਗਏ, ਐਪਲੀਕੇਸ਼ਨ ਵੀ ਫਾੜਤੀ, ਜਵਾਬ ਵੀ ਫਾੜਤਾ ਤੇ ਉਹ ਬਾਹਰ ਦੀ ਬਾਹਰ ਹੋ ਗਿਆ। ਮੈਨੂੰ ਲੱਗਦਾ ਸੈਟਿੰਗਾਂ ਕਰਨ ਦਾ ਇਹ ਤਰੀਕਾ ਹੋਏਗਾ। ਮੈਂ ਉਹੀ ਕਹਿ ਰਿਹਾ ਵੀ ਸਰ, ਇਹ ਮੇਰੇ ਧਿਆਨ 'ਚ ਕਦੇ ਇਦਾਂ ਦਾ ਮਾਮਲਾ ਆਇਆ ਨਹੀਂ ਵੀ ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਬੜਾ ਸੀਰੀਅਸ ਮੈਟਰ ਹੈਗਾ ਜਿਸ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਹੋਣੀ ਚਾਹੀਦੀ ਆ, ਕਿਉਂਕਿ ਜਦ ਤੱਕ ਨੰਬਰ ਨਹੀਂ ਲੱਗਦਾ ਉਹ ਰਿਕਾਰਡ ਦਾ ਪਾਰਟ ਹੀ ਨਹੀਂ ਬਣਦਾ ਹੈਗਾ। ਜੇ ਅਜਿਹਾ ਕੁਝ ਕੀਤਾ ਜਾ ਰਿਹਾ ਤਾਂ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦਾ। ਤਾਂ ਮੇਰੇ ਖਿਆਲ ਦੇ ਵਿੱਚ ਬੜੀ ਖਤਰਨਾਕ ਚੀਜ਼ ਆ ਵੀ ਰਿਕਾਰਡ ਦਾ ਪਾਰਟ ਹੀ ਨਹੀਂ ਹੈਗਾ। ਤੇ ਇਹ ਮੈਨੂੰ ਲੱਗਦਾ ਵੀ ਐਵੇਂ ਨਹੀਂ ਹੋਇਆ, ਜਾਣਬੁੱਝ ਕੇ ਕੀਤਾ ਗਿਆ ਤੇ ਕੀਤਾ ਜਾਂਦਾ ਹੋਏਗਾ। ਇਹਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਫਿਰ ਜਿਨ੍ਹਾਂ ਨੇ ਅੱਛਾ ਇਹ ਦਰਖਾਸਤ ਦਿੱਤੀ ਵੀ ਹੈਗੀ ਹੈ ਤੇ ਚਲੋ ਕੰਮ ਰੁਕਿਆ ਹੈ, ਪਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਬਣਦੀ ਹੈ ਕੋਈ? ਜਿਨ੍ਹਾਂ ਨੇ, ਦੇਖੋ ਪਹਿਲੇ ਨੰਬਰ ਤੇ ਤਾਂ ਹੈਗਾ ਵੀ ਅਸੀਂ
ਪੰਜਾਬ ਅਗੇਂਸਟ ਕਰਪਸ਼ਨ, ਅਸੀਂ ਕਰਪਸ਼ਨ ਦੇ ਖਿਲਾਫ ਖੜੇ ਆ, ਜਿਸ ਵੀ ਲੈਵਲ ਤੇ ਹੁੰਦੀ ਆ, ਚਾਹੇ ਉਹ ਅਧਿਕਾਰੀਆਂ ਵੱਲੋਂ ਆ, ਚਾਹੇ ਕੋਈ ਬਲੈਕਮੇਲਿੰਗ ਕਰਦਾ, ਜੋ ਵੀ ਕੁਝ ਹੈਗਾ। ਅਸੀਂ ਕਹਿੰਦੇ ਵੀ ਤੱਥ ਸਾਹਮਣੇ ਲੈ ਕੇ ਆਓ, ਤੱਥਾਂ ਦੇ ਬੇਸ ਦੇ ਉੱਪਰ ਗੱਲ ਹੋਣੀ ਚਾਹੀਦੀ ਆ। ਜੇ ਇਹਨਾਂ ਦੇ ਕੁਝ ਖਿਲਾਫ ਹੈਗਾ ਤੇ ਉਹ ਇਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ, ਪਰ ਜੇ ਇਹਨਾਂ ਦੇ ਖਿਲਾਫ ਕੁਝ ਨਹੀਂ ਹੈਗਾ ਫਿਰ ਤਾਂ ਮੈਂ ਸਿੱਧਾ ਪੁਲਿਸ ਨੂੰ ਸਵਾਲ ਕਰੂੰਗਾ ਵੀ ਤੁਸੀਂ ਇਹਨਾਂ ਨੂੰ ਨੋਟਿਸ ਭੇਜਿਆ ਕਿੱਦਾਂ? ਕਿਉਂਕਿ ਪਹਿਲੇ ਨੰਬਰ ਤੇ ਜਦੋਂ ਐਪਲੀਕੇਸ਼ਨ ਤਾਂ ਕੋਈ ਵੀ ਦੇ ਦੇਗਾ, ਮੇਰੇ ਖਿਲਾਫ ਦੇ ਦੇਗਾ। ਉਹਨੇ ਇਦਾਂ ਕਿਹਾ ਜੀ, ਪੁਲਿਸ ਪਹਿਲੇ ਨੰਬਰ ਤੇ ਉੱਪਰ ਰੋਜ਼ਨਾਮਚੇ ਦੇ ਵਿੱਚ ਐਂਟਰ ਕਰਦੀ ਆ ਤੇ ਉਹਦੀ ਤਫਤੀਸ਼ ਕਰਦੀ ਆ, ਫਿਰ ਉਹਨੂੰ ਬੁਲਾਇਆ ਜਾਂਦਾ ਵੀ ਹਾਂ ਵੀ ਜਿਹੜੇ ਬੰਦੇ ਨੇ ਦਿੱਤਾ ਉਹਦੇ ਕੋਲੋਂ ਪੁੱਛਿਆ ਜਾਂਦਾ ਤੇਰੇ ਕੋਲ ਸਬੂਤ ਕੀ ਨੇ, ਸਰਕਮਸਟੈਂਸ਼ੀਅਲ ਐਵੀਡੈਂਸ ਕਹਿੰਦੇ ਆ। ਐਵੀਡੈਂਸ ਹੈ ਨਹੀਂ, ਐਪਲੀਕੇਸ਼ਨ ਲੈ ਲਈ ਤੇ ਜਦੋਂ ਐਪਲੀਕੇਸ਼ਨ ਦੇ ਉੱਪਰ ਤਫਤੀਸ਼ ਹੋਣੀ ਹੈ ਜਿਹੜੀ ਉਹਨਾਂ ਨੇ ਆਪ ਕਰਨੀ ਆ, ਸਿੱਧੇ ਹੀ ਬੰਦੇ ਨੂੰ ਬੁਲਾ ਲਿਆ। ਫਿਰ ਅਫਸਰਾਂ ਦਾ ਕੰਮ ਕੀ ਆ? ਯਾਨੀ ਕਿ ਐਂ ਲੈ ਲਈਏ ਵੀ ਐਪਲੀਕੇਸ਼ਨ ਲਈ ਸਿੱਧੀ FIR ਦਰਜ ਕਰਤੇ, ਇੱਦਾਂ ਹੀ ਆ ਨਾ। ਪੁਲਿਸ ਨੇ ਬੁਲਾ ਲਿਆ, ਐਂ ਲੈ ਲਿਆ ਵੀ FIR ਦਰਜ ਕਰ ਲਈ, ਤੁਹਾਨੂੰ ਕ੍ਰਿਮੀਨਲ ਬਣਾ ਦਿੱਤਾ। ਤੇ ਅਜਿਹਾ ਕੁਝ ਕੀਤਾ ਜਾਂਦਾ। ਜੇ ਇਦਾਂ ਹੀ ਰਿਹਾ ਤਾਂ ਬੰਦਾ ਕੋਈ ਵੀ ਝੂਠ ਨੂੰ ਨੰਗਾ ਕਰਨ ਦੇ ਲਈ, ਨਜਾਇਜ਼ ਕੰਮ ਨੂੰ ਨੰਗਾ ਕਰਨ ਤੋਂ ਪਹਿਲਾਂ ਤੁਹਾਨੂੰ ਲੱਗਦਾ ਵੀ ਇਮਾਨਦਾਰ ਬੰਦਾ ਕੋਈ ਵੀ ਹੈਗਾ ਉਹ 100 ਵਾਰ ਸੋਚੇਗਾ? ਹੋ ਸਕਦਾ ਹੈ ਵੀ ਡਰਦਾ ਮਾਰੇ ਕਰੇ ਹੀ ਨਾ, ਝੂਠ ਨੂੰ ਨੰਗਾ ਹੀ ਨਾ ਕਰੇ। ਦੇਖੋ ਜਿਹੜੇ ਬੰਦੇ ਲੱਗੇ ਹੋਏ ਨੇ ਅੱਜ ਦੇ ਸਮੇਂ ਦੇ ਵਿੱਚ ਤਾਂ ਵੈਸੇ ਜਿਹੜਾ ਕੋਈ ਸੱਚ ਦੇ ਰਸਤੇ ਤੇ ਉੱਪਰ ਤੁਰਿਆ ਹੋਇਆ ਉਹਨੂੰ ਕਹਿੰਦੇ ਨੇ ਯਾਰ ਕਮਲਾ ਇਹ ਕਿਹੜੇ ਕੰਮ ਲੱਗਿਆ ਹੋਇਆ। ਪਰ ਫਿਰ ਵੀ ਜਿਹੜੇ ਲੋਕ ਲੱਗੇ ਗਏ ਨੇ ਉਹ ਬੜੇ ਹਿੰਮਤ ਵਾਲੇ ਨੇ, ਬੜੇ ਹੌਸਲੇ ਵਾਲੇ ਨੇ। ਤੇ ਮੇਰੇ ਖਿਆਲ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਗਿੱਦੜ ਧਮਕੀਆਂ ਨੇ, ਮੋਡਸ ਆਪਰੈਂਡੀਆਂ ਨੇ ਪਾਲਿਸੀ ਦੇ ਨਾਲ, ਉਹ ਪਿੱਛੇ ਹਟਣ ਵਾਲੇ ਨਹੀਂ, ਚੱਲਣਗੇ। ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇ, ਸਰਕਾਰ ਵਿਸਲ ਬਲੋਰ ਐਕਟ ਲੈ ਕੇ ਆਈ ਆ ਜਿਹਦੇ ਵਿੱਚ ਕਹਿੰਦੀ ਆ ਉਹਨੂੰ ਪ੍ਰੋਟੈਕਸ਼ਨ ਵੀ ਦੇਣੀ ਆ, ਉਹਨੂੰ ਐਕਸਟਰਾ ਕੇਅਰ ਵੀ ਕਰਨੀ ਆ। ਕਾਨੂੰਨ ਨੇ ਉਹ, ਲੇਕਿਨ ਕਾਨੂੰਨ ਲਾਗੂ ਕਿਹਨੇ ਕਰਨੇ ਨੇ? ਉਹ ਅਫਸਰਾਂ ਨੇ ਕਰਨੇ ਆ। ਸਰਕਾਰ ਦੀ ਨੀਅਤ ਬਹੁਤ ਵਧੀਆ ਹੈਗੀ ਆ, ਕਾਨੂੰਨ ਨੇ ਬਹੁਤ ਸਾਰੇ, ਲੇਕਿਨ ਲਾਗੂ ਕਿਹਨੇ ਕਰਨੇ ਨੇ? ਲਾਗੂ ਅਫਸਰਾਂ ਨੇ ਕਰਨੇ ਨੇ। ਸਵਾਲ ਅਫਸਰਾਂ ਦੇ ਉੱਪਰ ਖੜਾ ਹੁੰਦਾ ਵੀ ਉਹਨੂੰ ਫਿਰ ਲਾਗੂ ਕਿਉਂ ਨਹੀਂ ਕਰਦੇ ਹੈਗੇ। ਵਿਸਲ ਬਲੋਰ ਨੂੰ ਇਸ ਮਾਮਲੇ ਵਿੱਚ ਪ੍ਰੋਟੈਕਟ ਕੀਤਾ ਜਾ ਰਿਹਾ ਕਿ ਨਹੀਂ? ਵਿਸਲ ਬਲੋਰ ਨੂੰ ਦੇਖੋ ਤੂੰ ਕਿਹੋ ਜਿਹੀ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਆ। ਜਿਹੜੇ ਬੰਦੇ ਨੇ ਨਜਾਇਜ਼ ਕੀਤਾ ਉਹ ਸਾਰੀ ਕਰਤੀ, ਕੋਈ NOC ਨਹੀਂ ਲਈ ਹੈਗੀ, ਖੜੀ ਕਰ ਦਿੱਤੀ ਉਹਦੇ ਉੱਪਰ ਬਿਲਡਿੰਗ, ਤੇ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਹੈਗਾ। ਜਿਹੜੇ ਬੰਦੇ ਨੇ ਇਹ ਦੱਸਿਆ ਵੀ ਉਹਨੇ ਆਹ ਕੰਮ ਗਲਤ ਕਰਤਾ, ਉਹ ਬੰਦੇ ਬੁਲਾ ਲਏ। ਉਹ ਬੁਲਾਉਣ ਦਾ ਮਤਲਬ ਹੀ ਧਮਕੀ ਆ। ਬੁਲਾਉਣ ਦਾ ਮਤਲਬ ਇਹ ਹੈਗਾ ਵੀ ਤੁਸੀਂ ਪਾਸੇ ਹਟ ਜਾਓ, ਅਸੀਂ ਤਾਂ ਇੱਦਾਂ ਹੀ ਕਰਦੇ ਰਹਾਂਗੇ। ਵਿੱਚ ਪੁਲਿਸ ਇਨਵੋਲਵ ਕਰ ਲਈ। ਤੇ ਉੱਦਾਂ ਮੈਂ ਵੈਸੇ ਬੜਾ ਹਾਸੋਹੀਣਾ ਹੈਗਾ ਵੀ ਪੁਲਿਸ ਕੀ ਸਿਰਫ ਇੰਨੀ ਕੁ ਐਪਲੀਕੇਸ਼ਨ ਦੇ ਉੱਪਰ ਐਕਸ਼ਨ ਕਰ ਦਿੰਦੀ ਆ? ਮਾਤੜ ਭਾਈ, ਆਮ ਗਰੀਬ ਬੰਦਾ ਵੀ ਉਹਦਾ ਘਰੇ ਮਰਡਰ ਹੋ ਜਾਵੇ, ਮੇਰੇ ਖਿਆਲ ਦੇ ਵਿੱਚ ਪੁਲਿਸ ਬਿਲਕੁਲ ਨਹੀਂ ਸੁਣਦੀ ਹੈਗੀ। ਹਾਲ ਇਹ ਆ, ਅਸੀਂ ਕਿਉਂਕਿ ਪੁਲਿਸ ਥਾਣਿਆਂ ਕਚਹਿਰੀਆਂ ਦੇ ਵਿੱਚ ਜਨਤਕ ਲੋਕਾਂ ਦੇ ਨਾਲ ਤੁਰਦੇ ਹਾਂ, ਅਸੀਂ ਦੇਖਦੇ ਹਾਂ ਉੱਥੇ ਲੇਡੀਜ਼ ਦੇ ਨਾਲ ਬਲਾਤਕਾਰ ਹੋ ਜਾਂਦੇ ਨੇ, ਉਹ ਵਿਚਾਰੀਆਂ ਹਸਪਤਾਲਾਂ ਦੇ ਵਿੱਚ ਪਈਆਂ ਰਹਿੰਦੀਆਂ ਨੇ, ਉਹਨਾਂ ਦੇ ਬਿਆਨ ਦਰਜ ਕਰਨ ਨਹੀਂ ਆਉਂਦੇ। ਤੇ ਇੰਨੀ ਕੁ ਐਪਲੀਕੇਸ਼ਨ ਦੇ ਉੱਪਰ ਉਹ ਵੀ ਵਿਸਲ ਬਲੋਅਰਸ ਜਿਨ੍ਹਾਂ ਨੇ ਕਿ ਦੇਸ਼ ਨੂੰ, ਸਮਾਜ ਨੂੰ, ਸਾਡੇ ਜਿਹੜੀਆਂ ਜਾਇਦਾਦਾਂ ਨੇ ਉਹਨੂੰ ਬਚਾਉਣ ਲਈ ਲੱਗੇ ਹੋਏ ਨੇ, ਤੇ ਉਹਨਾਂ ਨੂੰ ਟੰਗਣ ਲਈ ਤੁਸੀਂ ਤੁਰ ਪਏ। ਬਿਲਕੁਲ ਸਵਾਲ ਖੜੇ ਹੁੰਦੇ ਨੇ। ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਵਿਸਲ ਬਲੋਅਰ ਨੂੰ ਪ੍ਰੋਟੈਕਟ ਕਰਨ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਤੇ ਸਰਕਾਰ ਦੀ ਹੈ, ਪਰ ਇਹ ਮਾਮਲਾ ਦੇਖਣ ਤੋਂ ਬਾਅਦ ਇੰਜ ਜਾਪਦਾ ਹੈ ਕਿ ਵਿਸਲ ਬਲੋਅਰ ਦੀਆਂ ਹੀ ਸੀਟੀਆਂ ਵਜਵਾਉਣ 'ਚ ਕਈਆਂ ਦਾ ਜ਼ੋਰ ਲੱਗਿਆ ਹੋਇਆ ਹੈ। ਪਰ ਸਵਾਲ ਇਹ ਵੀ ਬੜਾ ਵੱਡਾ ਹੈ ਕਿ ਜਿਵੇਂ ਬਿਨਾਂ ਨੰਬਰ ਤੋਂ ਪਰਵਾਨਾ ਭੇਜ ਕੇ ਇਹਨਾਂ ਨੂੰ ਬੁਲਾਇਆ ਗਿਆ ਹੈ, ਕਿ ਐਸੇ ਪਰਵਾਨੇ ਬਿਨਾਂ ਨੰਬਰ ਵਾਲੇ ਪਹਿਲਾਂ ਵੀ ਭੇਜੇ ਗਏ ਨੇ, ਕਿਹੜੇ ਮਾਮਲਿਆਂ ਵਿੱਚ ਭੇਜੇ ਗਏ ਨੇ? ਕਿਉਂਕਿ ਨਜਾਇਜ਼ ਉਸਾਰੀ ਦੀ ਸ਼ਿਕਾਇਤ ਇਹਨਾਂ ਵੱਲੋਂ ਕੀਤੀ ਜਾਂਦੀ ਹੈ, ਉਸ ਦੇ ਉੱਤੇ ਚਲੋ ਕਾਰਵਾਈ SDM ਸਾਹਿਬ ਦੇ ਕਹੇ ਤੇ ਕੰਮ ਰੁਕਿਆ ਹੈ, ਪਰ ਹੁਣ ਨਜਾਇਜ਼ ਉਸਾਰੀ ਕਰਨ ਵਾਲਾ ਸੱਚ ਨੂੰ ਨੰਗਾ ਕਰਨ ਵਾਲੇ ਦੇ ਜਾਂ ਸੱਚ ਦਿਖਾਉਣ ਵਾਲੇ ਦੇ ਖਿਲਾਫ ਹੀ ਕੰਪਲੇਂਟ ਦਿੰਦਾ ਹੈ ਤੇ ਬਿਨਾਂ ਨੰਬਰ ਤੋਂ ਪਰਵਾਨਾ ਭੇਜ ਕੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ। ਕਿਤੇ ਕੋਈ ਐਸੀ ਜੁੰਡਲੀ ਤਾਂ ਨਹੀਂ ਹੈ ਕਿਸੇ ਬਿਲਡਰ ਦੀ, ਕਿਸੇ ਅਧਿਕਾਰੀ ਦੀ, ਕਿਸੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਬੈਠੇ ਅਧਿਕਾਰੀ ਦੀ, ਜਿਸ ਦੇ ਚਲਦਿਆਂ, ਜਿਸ ਜੁੰਡਲੀ ਕਰਕੇ ਉਹ ਲੋਕ ਜੋ ਸਮਾਜ ਲਈ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਸਭ ਤੁਹਾਤੋਂ ਵੀ ਸਾਰਾ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਆਖਰ ਜੇ SDM ਸਾਹਿਬ ਨੇ ਇਹ ਵੀ ਕਹਿ ਦਿੱਤਾ ਹੈ ਵੀ ਜਦੋਂ ਮੇਰੇ ਤੋਂ ਉਹ ਮੰਗਣਗੇ ਦਸਤਾ ਵੀ ਉਸ ਨਜਾਇਜ਼ ਉਸਾਰੀ ਨੂੰ ਢਾਉਣਾ ਹੈ ਤੇ ਅਸੀਂ ਦਸਤਾ ਪ੍ਰੋਵਾਈਡ ਕਰਵਾਵਾਂਗੇ, ਤੁਹਾਡੀ ਮਜਬੂਰੀ ਕੀ ਹੈ? ਤੁਸੀਂ ਉਡੀਕ ਕਿਸ ਚੀਜ਼ ਦੀ ਕਰ ਰਹੇ ਹੋ? ਜੇ ਕਿਸੇ ਗਰੀਬ ਨੇ ਇੰਜ ਨਜਾਇਜ਼ ਉਸਾਰੀ ਕੀਤੀ ਹੁੰਦੀ ਤਾਂ ਹੁਣ ਨੂੰ ਸ਼ਾਇਦ ਉਹ ਮਲੀਆ ਮੇਟ ਕਰ ਦਿੱਤੀ ਜਾਣੀ ਸੀ। ਪਰ ਕੀ ਸਿਰਫ ਇੱਕ ਵੱਡਾ ਬੰਦਾ, ਰਸੂਖਦਾਰ ਬੰਦਾ ਜਾਂ ਬਿਲਡਰ ਹੋਣ ਕਾਰਨ ਇਸ ਕਬਰਿਸਤਾਨ ਦੇ ਉੱਤੇ ਹੋਈ ਨਜਾਇਜ਼ ਉਸਾਰੀ ਨੂੰ ਤੁਸੀਂ ਨਹੀਂ ਤੋੜ ਰਹੇ? ਇਹ ਸਵਾਲ ਹੈ ਜੋ ਪੂਰਾ ਪੰਜਾਬ ਜਾਣਨਾ ਚਾਹੁੰਦਾ ਹੈ। ਨਾਲੇ ਸਵਾਲ ਇਹ ਵੀ ਹੈ ਕਿ ਤੁਸੀਂ ਆਪ ਕਿਹਾ ਸੀ ਵੀ ਨਕਸ਼ਾ ਪਾਸ ਨਹੀਂ ਕੀਤਾ, ਫਿਰ ਵੀ ਕਾਰਵਾਈ ਕਿਉਂ ਨਹੀਂ ਹੋ ਰਹੀ? ਉਮੀਦ ਕਰਦੇ ਹਾਂ ਕਿ ਜਵਾਬ
जल्द मिलेगा। कैमरा पर्सन मनोज दे नाल ठाकुर अमनदीप सिंह, द खबरसार, खरड़।